ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਵਾਹਿਗੁਰੂ। ਤੂੰ ਹੀ ਤੂੰ, 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 ਤੂੰ ਹੀ ਤੂੰ ਹੀ, 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 ਤੂੰ ਹੀ ਤੂੰ ਹੀ। ਤੇਰਾ 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 ਤੇਰਾ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਤਕ ਕਿਰਤ ਪਾਇਆ ਜੋ ਪ੍ਰਭ ਭਾਇਆ, ਦੀਪਕ ਸਹਿਜ ਮਲੇ ਤਤ ਜਲਾਇਆ। ਦੀਪਕ ਰਸ ਤੇਲੋ ਧਨ ਫਿਰ ਮੇਲੋ, ਧਨ ਓਮਾ ਹੈ ਸਰਸੀ। ਅਵਗੁਣ ਮਾਰੀ ਮਰੇ ਨ ਸੀਜੈ, ਗੁਣ ਮਾਰੀ ਤਾ ਮਰਸੀ। ਨਾਮ ਭਗਤ ਦੇ ਨਿਜ ਕਰ ਬੈਠੇ, ਅਜਹੁਤੇ ਨਾੜੀ ਆਸਾ। ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਨਾਮ ਭਗਤ ਦੇ ਨਿਜ ਕਰ ਬੈਠੇ, ਅਜਹੁਤੇ ਨਾੜੀ ਆਸਾ। ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਕੱਤਕ ਦੇ ਮਹੀਨੇ ਵਿੱਚ ਲੋਕ ਸਿੱਖਾਂ ਨੇ ਬੇਨਤੀ ਕੀਤੀ। ਕੱਤਕ ਦੇ ਮਹੀਨੇ ਵਿੱਚ ਲੋਕ ਦੀਵੇ ਬਾਲ ਕੇ ਜਲ ਉੱਤੇ ਤਰਾਉਂਦੇ ਹਨ। ਸਾਨੂੰ ਕੀ ਹੁਕਮ ਹੈ, ਅਸੀਂ ਵੀ ਦੀਵੇ ਤਰਾਈਏ ਕਿ ਨਾ। ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਇਹ ਰੀਤੀ ਕਰਮ ਕਾਂਡ ਦੇ ਅੰਦਰ ਹੈ। ਗੁਰਮਤਿ ਅਨੁਸਾਰ ਕੋਈ ਵੀ ਨਹੀਂ ਹੈ। ਗੁਰਮਤਿ ਅਨੁਸਾਰ ਗਿਆਨ ਰੂਪ ਦੀਵਾ ਬਾਲਣਾ ਚਾਹੀਦਾ ਹੈ। ਤਥਾ ਐਸਾ ਦੀਵਾ ਨੀਰ ਤਰਾਏ, ਜਿਤ ਦੀਵਾ ਸਭ ਸੋਝੀ ਪਾਏ। ਰਾਮਕਲੀ ਮਹੱਲਾ ਪਹਿਲਾ ਅੰਗ 878। ਫਿਰ ਸਿੱਖਾਂ ਨੇ ਕਿਹਾ, ਇਹ ਗਿਆਨ ਰੂਪ ਦੀਵਾ ਕਿਸ ਨੂੰ ਪ੍ਰਾਪਤ ਹੁੰਦਾ ਹੈ? ਸੋ ਉਸ ਦਾ ਜਵਾਬ ਮਹਾਰਾਜ ਇਸ ਕੱਤਕ ਦੇ ਮਹੀਨੇ ਵਿੱਚ ਦਿੰਦੇ ਹਨ। ਕੱਤਕ ਕਿਰਤ ਪਾਇਆ ਜੋ ਪ੍ਰਭ ਭਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਤੁਖਾਰੀ ਰਾਗ ਵਿੱਚ 12 ਮਾਹ ਉਚਾਰਨ ਕਰਦੇ ਹੋਏ ਕੱਤਕ ਦੇ ਮਹੀਨੇ ਵਿੱਚ ਕਹਿੰਦੇ ਹਨ। ਗੁਰੂ ਜੀ ਕੱਤਕ ਮਹੀਨੇ ਦੁਆਰਾ ਕਥਨ ਕਰਦੇ ਹਨ, ਕਰਮਾਂ ਦੇ ਕੱਤਕ ਕੱਤਣ ਵਾਲਾ। ਕੱਤਕ ਦਾ ਮਤਲਬ ਹੈ ਕਰਮਾਂ ਨੂੰ ਕੱਤਣ ਵਾਲਾ, ਕਰਮ ਬਣਾਉਣ ਵਾਲਾ, ਅਰਥਾਤ ਕਰਮਾਂ ਦੇ ਕਰਨ ਵਾਲਾ ਜੋ ਜੀਵ ਹੈ। ਕਰਮਾਂ ਹੈ ਜਿਹਾ ਬੀਜਾ ਸੋਲਣਾ, ਕਰਮਾਂ ਸੰਦਰਾ ਖੇਤ। ਇਹ ਮਨੁੱਖਾ ਜਨਮ ਕਰਮਾਂ ਦਾ ਖੇਤ ਆ। ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹੇ ਫਲ ਪਾਵਾਂਗੇ। ਜ਼ਹਿਰ ਦੇ ਬੀਜ ਬੋਵਾਂਗੇ ਤਾਂ ਅੰਮ੍ਰਿਤ ਨਹੀਂ ਮਿਲ ਜਾਣਾ, ਅੰਮ੍ਰਿਤ ਦੇ ਬੀਜ ਬੋਵਾਂਗੇ ਤਾਂ ਜ਼ਹਿਰ ਨਹੀਂ ਮਿਲਣੀ। ਜਿਹਾ ਬੀਜਾ ਸੋਲਣਾ, ਕਰਮਾਂ ਸੰਦਰਾ ਖੇਤ। ਇਸ ਕਰਕੇ ਚੰਗੇ ਕਰਮ ਕਰਨੇ ਚਾਹੀਦੇ ਆ, ਕਿਉਂਕਿ ਮਨ ਡਰਾਈਵਰ ਆ ਸਰੀਰ ਦਾ, ਇਹ ਕਰਮ ਕਰਾਉਂਦਾ। ਇਸੇ ਕਰਕੇ ਮਹਾਰਾਜ ਕਹਿੰਦੇ ਮਨ ਜੀਤਾ ਜਗ ਜੀਤ। ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਗ੍ਰਹਿਣ ਕਰਨੀ। ਨੱਚਣ ਕੁੱਦਣ ਮਨ ਕਾ ਚਾਓ। ਇਹ ਬਾਂਦਰ ਵਾਂਗੂ ਟਪੂਸੀ ਮਾਰਦਾ ਆ। ਜਿਵੇਂ ਸੁਰਤ ਪਹਿਲਾਂ ਹੀ ਦੌੜ ਜਾਂਦੀ ਹੈ, ਪਿਆ ਸੁੱਚ ਬੰਦ ਕਰਨੀ, ਬੰਦ ਤਾਂ ਸਰੀਰ ਬਾਅਦ 'ਚ ਉੱਠ ਕੇ ਕਰਦਾ ਹੈ। ਸੋ ਇਹਦੀ ਸਪੀਡ ਬਹੁਤ ਆ ਮਨ ਦੀ। ਸੋ ਇਸ ਕਰਕੇ ਚੰਗੇ ਕਰਮ ਕਰਨ ਲਾਉਣਾ ਚਾਹੀਦਾ ਸਾਰੇ ਸਰੀਰ ਨੂੰ, ਚੰਗੇ ਪਾਸੇ ਨੂੰ ਦਿਮਾਗ ਦੌੜਾਉਣਾ ਚਾਹੀਦਾ। ਜਿਸ ਕੱਤਕ ਜੀਵ ਦੇ ਮੱਥੇ ਪਰ ਉੱਤਮ ਕਰਮਾਂ ਦਾ ਲੇਖ। ਨਾਸਤਿਕ ਵੱਲ ਨਹੀਂ ਬਦਲਣਾ ਚਾਹੀਦਾ, ਆਸਤਿਕ ਬਣਨਾ ਚਾਹੀਦਾ ਆ। ਭੈ ਵਿੱਚ ਚੱਲਣਾ ਚਾਹੀਦਾ। ਰੱਬ ਦੇ ਭਾਵ ਬਿਨਾਂ ਭਾਵ ਨਾ ਉਪਜੇ, ਡਰ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ ਰੱਬ ਦਾ। ਡਰਨਾ ਚਾਹੀਦਾ ਹੈ ਝੂਠ ਬੋਲਣ ਤੋਂ,
ਕਿਸੇ ਦਾ ਮਾੜਾ ਕਰਨ ਤੋਂ, ਪਾਪ ਕਰਮ ਕਰਨ ਤੋਂ। ਜਿਸ ਕੱਤਕ ਜੀਵ ਦੇ ਮੱਥੇ ਪਰ ਉੱਤਮ ਕਰਮਾਂ ਦਾ ਲੇਖ ਪਿਆ ਹੈ। ਕੱਤਕ ਦਾ ਅਰਥ ਆ ਜੀਵ ਦੇ ਮੱਥੇ ਪਰ ਉੱਤਮ ਕਰਮਾਂ ਦਾ ਲੇਖ ਪਿਆ ਹੈ। ਉਸ ਨੂੰ ਗਿਆਨ ਰੂਪ ਦੀਵਾ ਪ੍ਰਾਪਤ ਹੁੰਦਾ ਹੈ। ਜਿਹਦੇ ਮੱਥੇ ਦੇ ਭਾਗ ਹੁੰਦੇ ਹਨ ਉਹਨੂੰ ਹੀ ਗਿਆਨ ਮਿਲਦਾ। ਜੇ ਸੋ ਚੰਦਾ ਉਵੇਂ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੋਦਿਆ ਗੁਰਬਿਨ ਕੋ ਰੰਦਾ। ਪਰ ਗਿਆਨ ਰੂਪ ਦੀਵੇ ਦੇ ਪ੍ਰਾਪਤ ਹੋਣ ਦਾ ਲੇਖ ਉਸ ਦੇ ਮੱਥੇ ਪਰ ਪਿਆ ਹੈ ਜੋ ਪ੍ਰਭੂ ਨੂੰ ਭਾ ਗਿਆ ਹੈ, ਜਿਹੜੇ ਰੱਬ ਨੂੰ ਚੰਗੇ ਲੱਗ ਗਏ, ਜਿਨ੍ਹਾਂ ਦੇ ਪੂਰਬਲੇ ਭਾਗ ਜਾਗੇ, ਜਿਨ ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ 'ਤੇ ਗੁਰੂ ਨਾਨਕ ਦੀ ਮਿਹਰ ਭਰੀ ਨਿਗਾਹ ਡਿੱਗੀ, ਉਹਨਾਂ ਨੂੰ ਸਿੱਖੀ ਦੀ ਦਾਤ, ਭਗਤੀ ਦੀ ਦਾਤ, ਖੰਡੇ ਬਾਟੇ ਦੇ ਅੰਮ੍ਰਿਤ ਛਕਣ ਦੀ ਦਾਤ ਮਹਾਰਾਜ ਬਖਸ਼ਦੇ ਆ। ਦੀਪਕ ਸਹਿਜ ਬਲੇ ਤਤ ਜਲਾਇਆ, ਜਿਹੜੇ ਜੀਵ ਪ੍ਰਭੂ ਨੂੰ ਪਾ ਗਏ ਹਨ ਉਹਨਾਂ ਦੇ ਅੰਤঃਕਰਣ ਵਿੱਚ ਸਹਿਜ ਬਲੇ ਗਿਆਨ ਰੂਪ ਦੀਵਾ ਬਲਿਆ ਹੈ। ਜਿਹੜੇ ਰੱਬ ਨੂੰ ਚੰਗੇ ਲੱਗੇ ਆ ਉਹਨਾਂ ਨੂੰ ਹੀ ਗੁਰਮਤਿ ਗਿਆਨ ਬਖਸ਼ਿਆ, ਉਹਨਾਂ ਨੂੰ ਗੁਰਸਿੱਖ ਬਣਾਇਆ ਮਹਾਰਾਜ ਨੇ। ਸਿੱਖੀ ਬਖਸ਼ੀ, ਸੇਵਾ ਸਿਮਰਨ ਸਿੱਖੀ ਦੇ 2 ਥੰਮ ਬਖਸ਼ੇ, ਭਗਤੀ ਬਖਸ਼ੀ, ਸੋ ਖਾਲਸਾ ਜੀਵਨ ਬਖਸ਼ਿਆ, ਅੰਮ੍ਰਿਤ ਦੀ ਦਾਤ ਬਖਸ਼ੀ, ਭਗਤੀ ਬਖਸ਼ੀ। ਇਹ ਚੰਗੇ ਗੁਣ ਆ। ਦਇਆ ਸੰਤੋਖ, ਦਇਆ ਕਪਾ ਸੰਤੋਖ, ਸੂਝਤ ਗੰਢੀ ਸਤ ਵਟ, ਵਿਣ ਗੁਣ ਕੀਤੇ ਭਗਤ ਨਾ ਹੋਏ। ਚੰਗੇ ਗੁਣ ਬਖਸ਼ੇ, ਅਵਗੁਣ ਕੱਢੇ, ਕਾਮ ਕ੍ਰੋਧ ਹੰਕਾਰ ਈਰਖਾ ਨਿੰਦਾ, ਦੁੱਖ ਸੁੱਖ ਮਾਨ ਅਪਮਾਨ, ਇਹ ਸਾਰੇ ਖਤਮ ਕੀਤੇ ਮਹਾਰਾਜ ਜੀ ਨੇ। ਪ੍ਰਤੱਖ ਦੀਵਾ ਤੇਲ ਬੱਤੀ ਕਰਕੇ ਬਲਦਾ ਹੈ। ਇੱਧਰ ਤੇਲ ਬੱਤੀ ਕਿਹੜੀ ਹੈ? ਤਤ ਮਿਥਿਆ ਦਾ ਵਿਵੇਚਨ ਕਰਨ ਰੂਪ ਤੇਲ ਪਾਇਆ ਹੈ। ਮਿਥਿਆ ਮਤਲਬ ਝੂਠ ਦਾ ਵਿਵੇਚਨ, ਤੇ ਭੈ ਡਰ ਰੂਪ ਬੱਤੀ ਪਾਈ ਹੈ। ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਿਆਰਾ, ਅਤੇ ਸੱਚ ਬੂਝਣ ਆਣ ਜਲਾਈਐ। ਜਿਹੜਾ ਸੱਚ ਦਾ ਬੁੱਝਣਾ ਹੈ ਇਹੀ ਤੀਲੀ ਲਗਾ ਕੇ ਗਿਆਨ ਰੂਪ ਦੀਵਾ ਜਲਾਇਆ, ਜਗਾਇਆ, ਭਾਵ ਪ੍ਰਕਾਸ਼ਿਆ ਹੈ ਕਿ ਝੂਠ ਸੱਚ ਦਾ ਨਿਰਣਾ ਕਰਨਾ, ਝੂਠ ਦਾ ਸਾਥ ਛੱਡਣਾ, ਸੱਚ ਨਾਲ ਖੜੇ ਹੋਣਾ। ਜਿੱਧਰ ਸੱਚ ਹੋਵੇ ਉੱਥੇ ਖੜੇ ਹੋਣਾ। ਇਹ ਨਹੀਂ ਕਿ ਜਿੱਧਰ ਝੂਠ ਆ, ਪਾਪ ਆ। ਬੜੇ ਬੜੇ ਪਾਪੀ ਲੋਕ ਅਜੋਕੇ ਸਮੇਂ 'ਚ ਵੋਟਾਂ ਪਾਉਣ ਵੇਲੇ ਪ੍ਰਜਾ ਨਹੀਂ ਸੋਚਦੀ ਹੈ ਵੀ ਅਸੀਂ ਜਿਹੜਾ ਪਾਰਟੀਆਂ ਨਾਲ ਖੜੇ, ਇਹਨਾਂ ਨੇ ਬੜੇ ਬੜੇ ਕਤਲ ਅਤੇ ਗੁਨਾਹ ਕੀਤੇ ਆ। ਸੱਚੇ ਬੰਦੇ ਨਾਲ ਖੜਾ ਹੋਣਾ ਚਾਹੀਦਾ। ਵੋਟ ਪਾਉਣ ਅੱਜ ਦੇ ਡੈਮੋਕਰੇਸੀ ਵਿੱਚ ਵੀ ਮਤਲਬ ਹੱਥ ਨਾਲ ਹੱਥ ਮਿਲਾਉਣਾ ਹੈ, ਸਪੋਰਟ ਕਰਨਾ ਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਤਾਂ ਅਗਲੇ ਪਾਸੇ ਵੀ ਲੇਖੇ ਦੇਣੇ ਪੈਣੇ ਆ। ਜੇ ਕੋਈ ਲੱਖਾਂ ਜਾਨਾਂ ਮਾਰਨ ਵਾਲਾ ਕਾਤਲ ਆ ਉਹਦੇ ਨਾਲ ਜੇ ਖੜ੍ਹੇ ਹੋਵਾਂਗੇ ਤਾਂ ਅਗਲੇ ਪਾਸੇ ਲੇਖਾ ਦੇਣਾ ਪੈਣਾ। ਜਿਹਦਾ ਖੁਦ ਦਾ ਪਾਪ ਨਹੀਂ ਝੱਲਿਆ ਜਾਂਦਾ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਸੋ ਇਸ ਕਰਕੇ ਸੱਚ ਅਤੇ ਝੂਠ ਨੂੰ ਪਛਾਣਨ ਵਾਲਾ ਸੁਰਤ ਚਾਹੀਦੀ ਆ। ਸੱਚ ਦੀ ਖਾਤਰ ਬੋਲਣਾ, ਸੱਚ ਉੱਤੇ ਮਰ ਮਿਟਣਾ, ਇਹ ਸਿੱਖ ਨੂੰ ਦੱਸਿਆ ਹੈ। ਦਇਆ ਕਪਾ ਸੰਤੋਖ ਸੁਧ ਜਤ ਗੰਢੀ ਸੱਚ ਵਟ, ਸਤ ਵਟ। ਦੀਪਕ ਰਸ ਤੇਲੋ ਧਨ ਫਿਰ ਮੇਲੋ, ਧਨ ਉਹ ਮਾਹੇ ਸਰਸੀ, ਜਿਸਨੇ ਭੈ ਰੂਪ ਬੱਤੀ, ਡਰ ਰੂਪ ਬੱਤੀ। ਰਸ ਸਿਧਾਂਤ, ਸਿਧਾਂਤ ਆ ਜੋ ਗੁਰਮਤਿ ਦਾ ਸਿਧਾਂਤ ਆ, ਉਹਨੂੰ ਰਸ ਕਿਹਾ ਹੈ। ਜੋ ਗੁਰਮਤਿ 'ਤੇ ਚੱਲਦੇ ਇਹ ਨਾਮ ਰਸੀਆਂ ਦਾ ਰਸ ਆ। ਭਗਤੀ ਕਰਨ ਵਾਲੇ ਨੂੰ ਜਿਵੇਂ ਰਸ ਆਉਂਦਾ ਨਾ, ਉਹ ਦੁੱਖ ਦਾਰੂ ਸੁੱਖ ਰੋਗ ਪਿਆਸ ਸਰੀਰ ਸਕਾ ਲੈਂਦੇ ਆ। ਜਿਸ ਇਸਤਰੀ ਦਾ ਪਤੀ ਬਾਹਰ ਗਿਆ ਹੋਵੇ, ਸਤੀ ਵਿਰਤਾ ਹੋਵੇ, ਬੁਰਕੀ ਨਹੀਂ ਰੋਟੀ ਦੀ ਲੰਘਦੀ, ਨੀਂਦ ਨਹੀਂ ਬਿਸਤਰੇ 'ਤੇ ਆਉਂਦੀ ਪਤੀ ਤੋਂ ਬਿਨਾਂ, ਕੱਪੜੇ ਪਾਉਣੇ ਚੰਗੇ ਨਹੀਂ ਲੱਗਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਥੋੜ੍ਹਾ ਖਾ ਕੇ, ਥੋੜ੍ਹਾ ਬੋਲ ਕੇ, ਥੋੜ੍ਹਾ ਸੌਂ ਕੇ, ਦੁੱਖ ਦਾਰੂ ਸੁੱਖ ਰੋਗ ਪਿਆ ਸਰੀਰ ਨੂੰ ਜੋ ਕਸ਼ਟ ਮਿਲਦਾ, ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾਲੇ ਕਹਿੰਦੇ ਸੀ ਵਿਸ਼ਾ ਵਿਕਾਰਾਂ ਦਾ ਖੂਨ ਸੁੱਕਦਾ। ਤਾਂ ਉਹਨਾਂ ਨੂੰ ਰਸ ਆਉਂਦਾ ਨਾਮ ਰਸੀਆਂ ਨੂੰ, ਸਰੀਰ ਦੀ ਸੁੱਧ ਭੁੱਲ ਜਾਂਦੇ ਆ। ਬਸਤਾ ਟੁੱਟੀ ਤੋਂ ਚੌਪੜੀ ਹਰਨਾਮ ਮਨ ਭਿੰਨਾ, ਪਾਟੇ ਕੱਪੜੇ ਪਾਏ ਹੋਣ, ਟੁੱਟੀ ਚੌਪੜੀ 'ਚ ਰਹਿੰਦਾ ਹੋਵੇ, ਕੋਈ ਮਾਨ ਪ੍ਰਤਿਸ਼ਠਾ ਨਾ ਕਰਾਵੇ, ਪਰ ਰੱਬ ਦੇ ਨਾਲ ਪਿਆਰ ਹੋਵੇ, ਅਤੇ ਫਿਰ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਸਾਧੂ ਸੰਤ ਰੂਪ ਆ। ਸੋ ਭੈ ਡਰ ਪਰਮਾਤਮਾ ਭਾਵ ਬਿਨਾਂ ਭਾਵ ਨਾ ਉਪਜੈ, ਡਰ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ। ਹਮੇਸ਼ਾ ਰੱਬ ਦੇ ਡਰ 'ਚ ਰਹਿਣ ਵਾਲੇ ਕਦੇ ਝੂਠ ਨਹੀਂ ਬੋਲਦੇ, ਪਾਪ ਨਹੀਂ ਕਰਦੇ। ਉਹ ਸਮਝਦੇ ਮੌਜੂਦ 8 ਪੈਰ ਫਿਰ ਰੱਬ ਸਾਡੇ ਸਾਰੇ ਪਾਸੇ ਹਾਜ਼ਰ ਨਾਜ਼ਰ। ਸੋ ਰਸ ਰੂਪ ਭੈ ਰੂਪ ਬੱਤੀ, ਰਸ ਸਿਧਾਂਤ ਅਰਥਾਤ ਤਤ ਮਿਥਿਆ ਦਾ ਵਿਵੇਚਨ ਕਰਨ ਰੂਪ ਤੇਲ ਪਾ ਕੇ ਗਿਆਨ ਰੂਪ ਦੀਵਾ ਜਗਾਇਆ ਹੈ। ਉਸ ਜਗਿਆਸੂ ਰੂਪ ਧਨ, ਇਸਤਰੀ, ਇਸਤਰੀ ਨੂੰ ਧਨ ਕਿਹਾ। ਆਤਮਾ ਇਸਤਰੀ ਹੈ,
ਜਗਿਆਸੂ ਰੂਪ ਧਨ ਦਾ ਫਿਰ ਪਤੀ ਪਰਮਾਤਮਾ ਨਾਲ ਮੇਲ ਹੋਇਆ ਹੈ। ਜਦੋਂ ਗਿਆਨ ਪ੍ਰਾਪਤ ਹੋਇਆ, ਸੱਚ ਦੇ ਮਾਰਗ 'ਤੇ ਚੱਲੇ ਤੇ ਰੱਬ ਕੋਲ ਮਿਲ ਗਏ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇ ਆਓ। ਇਸ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰ ਅੱਗੇ ਸੀਸ ਪਿੱਟ ਦਿਓ, ਸਿਰ ਤਰ ਤਲੀ ਗਲੀ ਮੇਰੀ ਆਓ। ਸੋ ਸੱਚ ਨਾਲ ਇੰਨਾ ਪਰਮਾਤਮਾ ਨੇ ਇੰਨਾ ਪਿਆਰ ਕੀਤਾ ਕਿ ਤਨ ਮਨ ਧਨ ਸਭ ਕੁਛ ਅਰਪਣ ਕੀਤਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਤਨ ਦਿੰਦਾ ਆ, ਸ਼ਹੀਦ ਹੋ ਜਾਂਦਾ ਆ। ਮਨ ਦਿੰਦਾ ਆ, ਭਗਤੀ ਮਨ ਵਿੱਚ ਸਤਿਗੁਰ ਪਾਸ ਤੇ ਸਕੇ ਕਾਰਜ ਰਾਸ। ਸੇਵਾ ਕਰਤੋ ਨੇ ਕਾਮੀ ਤੇ ਸਕੋਤ ਪ੍ਰਾਪਤ ਸੁਆਮੀ। ਭਗਤੀ ਮਿਲਦੀ ਹੈ। ਧਨ ਦਿੰਦਾ ਹੈ, ਦਾਨੀ ਹੋ ਜਾਂਦਾ ਹੈ। ਧਨ ਦੋ ਤਰ੍ਹਾਂ ਦਾ, ਇੱਕ ਧਨ ਪਦਾਰਥ ਧਨ, ਫਿਰ ਧਨ ਤੋਂ ਖਰੀਦ ਕੇ ਪਦਾਰਥ। ਦੂਜਾ ਮੋਹ ਮਮਤਾ, ਸਵਾਸ ਰੂਪੀ ਧਨ ਆ। ਅਤੇ ਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਾ ਖਾਇਆ। ਸੋ ਇਹ ਮੋਹ ਮਾਇਆ 'ਚ ਨਹੀਂ ਫਸਦਾ, ਦੂਜੀ ਮਾਇਆ ਦਾ ਤਿਆਗ ਕਰਦਾ। ਪਤੀ ਨਾਲ ਮੇਲ ਹੋਣ ਕਰਕੇ ਉਸ ਜਗਿਆਸੂ ਰੂਪ ਧਨ ਇਸਤਰੀ ਨੂੰ ਧਨ ਨੂੰ ਇਸ ਮਾਇਆ ਨੂੰ ਧੀ ਬਣਾ ਕੇ ਰੱਖਦਾ, ਮਾਂ ਨਹੀਂ। ਸੋ ਪਤੀ ਨਾਲ ਮੇਲ ਹੋਣ ਕਰਕੇ ਉਸ ਜਗਿਆਸੂ ਰੂਪ ਧਨ ਇਸਤਰੀ ਨੂੰ ਉਹ ਮਾਂ ਹੈ ਸਰਸੀ ਬਹੁਤ ਉਤਸ਼ਾਹ ਹੁੰਦਾ। ਜਿਹੜੀਆਂ ਰੂਹਾਂ ਆਤਮਾ ਪਰਮਾਤਮਾ ਨੂੰ ਮਿਲ ਜਾਂਦੀਆਂ ਹਨ, ਜਿਹੜੀਆਂ ਗੁਰੂ ਦੀਆਂ ਹੋ ਜਾਂਦੀਆਂ, ਰੱਬ ਦੀਆਂ ਹੋ ਜਾਂਦੀਆਂ ਹਨ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਉਹ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਂਦੇ, ਪਰਮਾਤਮਾ ਦੇ ਪਿਆਰ ਵਿੱਚ। ਉਹ ਜਿਹੜੇ ਵਰਤ ਰੱਖ ਕੇ ਪਖੰਡ ਕਰਦੇ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਹੋਰਾਂ ਡੋ, ਨਹੀਂ ਇੱਥੇ ਅਰਥ ਬਣਦਾ। ਜਿਹਨਾਂ ਦਾ ਕੁਦਰਤੀ ਅੰਨ ਪਾਣੀ ਛੁੱਟ ਜਾਏ ਰੱਬ ਦੇ ਪਿਆਰ ਵਿੱਚ ਆ ਕੇ, ਕਿ ਮੇਰਾ ਪਤੀ ਮੇਰੇ ਤੋਂ ਵਿਛੜਿਆ ਹੈ। ਜਿਵੇਂ ਕਿਸੇ ਇਸਤਰੀ ਦਾ ਪਤੀ ਫੌਜ 'ਚ ਚਲ ਜਾਏ ਜਾਂ ਪ੍ਰਦੇਸਾਂ 'ਚ ਚਲੇ ਜਾਏ ਤਾਂ ਉਸ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਰੋਟੀ ਨਹੀਂ ਬੁਰਕੀ ਲੰਘਦੀ, ਕੱਪੜੇ ਪਾਉਣ ਨੂੰ ਦਿਲ ਨਹੀਂ ਕਰਦਾ। ਸੋ ਇਸ ਤਰ੍ਹਾਂ ਉਹ ਮਹਾਂਪੁਰਖਾਂ ਦਾ ਵੈਰਾਗ ਆ ਚੁੱਕਾ। ਕਈ ਗੁੜ ਪੈ ਵੈਰਾਗੀ, ਰਾਮ ਨਾਮ ਸੰਗ ਤਿਲਨੇ ਲਾਗੇ। ਆਪ ਗੁਣ ਮਾਰੀ ਮਰੈ ਨ ਸੀਜੈ, ਗੁਣ ਮਾਰੀ ਤਾਂ ਮਰਸੀ। ਜਿਸ ਜੀਵ ਰੂਪ ਇਸਤਰੀ ਨੂੰ ਕਾਮ ਕ੍ਰੋਧ ਆਦਿਕ ਔਗਣਾਂ ਨੇ ਮਾਰਿਆ ਹੈ, ਉਹ ਜੀਵਤ ਭਾਅ ਤੋਂ ਮਰਦੀ ਨਹੀਂ। ਜੋ ਜੀਵਤ ਭਾਅ ਤੋਂ ਨਹੀਂ ਮਰਦੀ, ਉਹ ਨਾ ਸੀਜੈ, ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦੀ। ਜੀਂਦੇ ਜੀ ਨਹੀਂ ਜਿਹੜਾ ਮਰਦਾ। ਜੀਵ ਤੇ ਅਮਰ ਰਹੀ ਹੈ, ਦੁਨੀਆ ਵੱਲੋਂ ਮਰ ਜਾਵੇ, ਕਾਮ ਕ੍ਰੋਧ ਹੰਕਾਰ ਔਗੁਣਾਂ ਵੱਲੋਂ ਮਰ ਜਾਵੇ, ਅਤੇ ਸਤ ਸੰਤੋਖ ਆਦਿਕ ਸ਼ੁਭ ਗੁਣ ਜੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਨੇ ਇਸ ਦੀ ਬੁੱਧੀ ਸੰਸਾਰ ਵੱਲੋਂ ਮਾਰੀ ਹੈ। ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ, ਜਿਨ੍ਹਾਂ ਅੰਦਰ ਗੁਣ ਆ ਗਏ, ਬਿਨ ਗੁਣ ਕੀਤੇ ਭਗਤ ਨਾ। ਜਿਹੜੇ ਭਗਤੀ ਕਰਦੇ ਤੁਮ ਸੰਗ ਜੋੜਾ ਵਰ ਸੰਗ ਤੋੜੀ, ਫਿਰ ਦੁਨੀਆ ਵੱਲੋਂ ਮਰ ਜਾਂਦੇ, ਰੱਬ ਵੱਲੋਂ ਜੀਂਦੇ ਹੋ ਜਾਂਦੇ। ਤਾਂ ਹੀ ਉਹ ਜੀਵਤ ਭਾਅ ਤੋਂ ਮਰਦੀ ਹੈ। ਜੀਵਤ ਭਾਅ ਤੋਂ ਮਰੀ ਤਾਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ। ਤਾਂ ਹੀ ਉਹ ਵੈਰਾਗ ਵਿੱਚ ਆ ਕੇ ਭਗਤੀ ਕਰਦੇ ਅਤੇ ਮੁਕਤ ਹੁੰਦੇ ਆ। ਰਸ ਤੇ ਤੱਤ ਦੋਏ ਪਰਿਆਏ ਵਾਚਕ ਸ਼ਬਦ ਹਨ। ਨਾਮ ਭਗਤ ਦੇ ਨਿਜ ਕਰ ਬੈਠੇ, ਅਜਹੁ ਤਿਨਾੜੀ ਆਸਾ। ਜਗਿਆਸੂ ਰੂਪ ਇਸਤਰੀ ਆਖਦੀ ਹੈ, ਪ੍ਰਭੂ ਜਿਨ੍ਹਾਂ ਗੁਰਮੁਖਾਂ ਨੂੰ ਆਪ ਜੀ ਨੇ ਨਾਮ ਭਗਤੀ ਦਿੱਤੀ ਹੈ, ਉਹ ਗੁਰਮੁਖ ਨਿਜ ਕਰ ਆਪਣੇ ਸਰੂਪ ਰੂਪ ਘਰ ਵਿੱਚ ਬੈਠੇ ਹਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹੋ ਕਬੀਰੇ ਰਾਮ ਕੀ ਅੰਸ਼, ਆਤਮਾ ਨੂੰ ਰਾਮ ਦੀ ਅੰਸ਼ ਕਿਹਾ, ਮਨ ਨੂੰ ਜੋਤ ਸਰੂਪ ਕਿਹਾ। ਭਾਵੇਂ ਮੇਰੀ ਬਿਰਧ ਅਵਸਥਾ ਹੋ ਗਈ ਹੈ, ਤਾਂ ਵੀ ਮੈਨੂੰ ਅਜੇ ਤੱਕ ਤਿਨਾੜੀ ਤੇ ਨਾ ਮਹਾਤਮਾ ਦੀ ਆਸਾ ਲੱਗ ਰਹੀ ਹੈ ਕਿ ਇਹ ਮੈਨੂੰ ਜ਼ਰੂਰ ਤਾਰਨਗੇ। ਟੂੰਡ ਸੰਤ ਸੱਜਣ ਪੱਕਿਆਂ, ਕਚੜਿਆਂ ਸੋ ਤੋੜ। ਜਿਨ੍ਹਾਂ ਦੀ ਡੋਰਾਂ ਰੱਬ ਨਾਲ ਪੱਕੀਆਂ, ਜਿਨ੍ਹਾਂ ਦੀ ਪਿਆਰ ਰੱਬ ਨਾਲ ਪੱਕਾ, ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਸੁੱਕ ਕੇ ਲੱਕੜੀ ਹੋ ਗਏ, ਉਹ ਐਸੇ ਸੰਤ ਮਹਾਤਮਾ ਜਿਹੜੇ ਆਪ ਕਾਮ ਕ੍ਰੋਧ ਹੰਕਾਰ ਮਾਰ ਗਏ, ਈਰਖਾ ਨਿੰਦਿਆ ਚੁਗਲੀ ਮਾਰ ਗਏ, ਦੁੱਖ ਸੁੱਖ 'ਚ ਇੱਕ ਸਮਾਨ ਰਹਿੰਦੇ ਆ। ਉਸਤ ਨਾ ਨਿੰਦਾ ਦੋ ਵਿਵਰਜਿਤ ਨਾਹੀਂ ਮਾਨ ਅਭਿਮਾਨਾ, ਮਾਨ ਅਭਿਮਾਨ ਤੋਂ ਪਰੇ ਰਹਿੰਦੇ ਆ। ਤਾਂ ਐਸੇ ਮਹਾਂਪੁਰਖ ਮਹਾਤਮਾ ਦੀ ਆਸਾ ਲੱਗ ਰਹੀ ਹੈ, ਮੈਨੂੰ ਜ਼ਰੂਰ ਤਾਰਨਗੇ। ਇਹੋ ਜਿਹੇ ਮਹਾਂਪੁਰਖਾਂ ਦਾ ਲੜ ਫੜੀਏ। ਆਪ ਉਹ ਰੱਬ ਨਾਲ ਮਿਲੇ ਹੁੰਦੇ, ਸਾਨੂੰ ਮਿਲਾ ਸਕਦੇ। ਆਪ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਉਹਨਾਂ ਨੇ ਆਪਣੇ ਕਾਮ ਕ੍ਰੋਧ ਹੰਕਾਰ ਮਾਰੇ ਹੁੰਦੇ, ਸਾਡੇ ਵੀ ਮਾਰ ਸਕਦੇ। ਢੂੰਡ ਸੰਤ ਸੱਜਣ ਪੱਕਿਆ, ਮਹਾਰਾਜ ਕਹਿੰਦੇ ਦੋਸਤੀ ਕਰਨੀ ਸਾਧੂਆਂ ਸੰਤਾਂ ਨਾ ਕਰ, ਗੁਰਮੁਖਾਂ ਨਾ ਕਰ। ਨਾਨਕ ਮਿਲਹੁ ਕਪਟ ਦਰ ਖੋਲਹੁ, ਏਕ ਘੜੀ ਖਟ ਮਾਸਾ। ਗੁਰੂ ਜੀ ਕਥਨ ਕਰਦੇ ਹਨ, ਜਗਿਆਸੂ ਰੂਪ ਸਖੀ ਆਖਦੀ ਹੈ, ਪ੍ਰਭੂ ਆਪ ਜੀ ਤੇ ਮੇਰੇ ਦਰ ਅੰਦਰ 5 ਕੋਸਾਂ ਰੂਪੀ ਕਪਟ ਤਖਤੇ ਜੜੇ ਹੋਏ ਹਨ। ਉਹਨਾਂ ਤਖਤਿਆਂ ਨੂੰ ਖੋਲ੍ਹ ਕੇ ਮੈਨੂੰ ਜਲਦੀ ਮਿਲਣਾ ਕਰੋ, ਕਿਉਂਕਿ ਆਪ ਜੀ ਦੇ ਮਿਲੇ ਤੋਂ ਬਿਨਾਂ ਇੱਕ ਘੜੀ ਵੀ ਜਿਹੜੀ ਬਤੀਤ ਹੋ ਰਹੀ ਹੈ, ਇਹ ਖਟ ਮਾਸਾ 6 ਮਹੀਨਿਆਂ ਦੇ ਬਰਾਬਰ ਹੈ। ਸੋ
ਅਰਥਾਂ ਦੇ ਅਰਥ ਸਮਝ ਨਹੀਂ ਆਉਂਦੇ ਦਾ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹਨ। ਜਗਿਆਸੂ ਰੂਪ ਸਖੀ ਆਖਦੀ ਹੈ, हे ਪ੍ਰਭੂ ਆਪ ਜੀ ਮੇਰੇ ਦਰ ਅੰਦਰ 50 ਕੋਸਾਂ ਰੂਪੀ ਕਪਟ ਤਖਤੇ ਜੜੇ ਹੋਏ ਕਾਮ ਕ੍ਰੋਧ ਹੰਕਾਰ, ਉਹਨਾਂ ਤਖਤਿਆਂ ਨੂੰ ਖੋਲ੍ਹ ਕੇ ਮੈਨੂੰ ਜਲਦੀ ਮਿਲਣਾ ਕਰੋ। ਪੜਦੇ ਪਏ ਮੇਰੇ ਮੋਹਰੇ ਮਹਾਰਾਜ ਮਾਇਆ ਦੇ। ਸੋ ਰੱਬ ਤਾਂ ਨੇੜੇ ਆ, ਪਰ ਮਾਇਆ ਦਾ ਪਰਦਾ ਪੈ ਜਾਂਦਾ। ਮਾਇਆ ਦੋ ਤਰ੍ਹਾਂ ਦੀ, ਇੱਕ ਧਨ ਪਦਾਰਥ, ਇੱਕ ਆ ਮੇਰਾ ਧੀ ਆ, ਮੇਰਾ ਪੁੱਤਰ ਆ, ਮੇਰੀ ਇਸਤਰੀ ਹੈ, ਪ੍ਰਾਪਰਟੀ ਹੈ, ਰਿਸ਼ਤੇਦਾਰੀਆਂ। ਸੋ ਇਹਨਾਂ ਨਾਲ ਮੋਹ ਨਹੀਂ ਚਾਹੀਦਾ, ਸਿਰਫ ਇੱਕ ਰੱਬ ਨਾਲ ਹੀ, ਰੱਬ ਦੀ ਬਾਣੀ ਨਾਲ। ਰੱਬ ਕੀ ਆ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਨਾਲ ਹੀ ਪਿਆਰ ਚਾਹੀਦਾ ਆ। ਸ਼ਬਦ ਕਦੇ ਮਰਦਾ ਨਹੀਂ, ਸਰੀਰ ਮਰ ਜਾਂਦੇ ਆ, ਕਿਉਂਕਿ ਆਪ ਜੀ ਦੇ ਮਿਲੇ ਤੋਂ ਬਿਨਾਂ ਇੱਕ ਘੜੀ ਵੀ ਜਿਹੜੀ ਬਤੀਤ ਹੋ ਰਹੀ ਹੈ, ਗੁਰਬਾਣੀ ਮਿਲੇ ਤੋਂ ਬਿਨਾਂ, ਬਾਣੀ ਸਿਮਰਨ ਭਗਤੀ ਮਿਲੇ ਤੋਂ ਬਿਨਾਂ, ਆਪ ਤੋਂ ਬਿਨਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਖੱਟ ਮਾਸਾ 6 ਮਹੀਨਿਆਂ ਦੇ ਬਰਾਬਰ ਹੈ ਮਹਾਰਾਜ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਕਦ ਮਿਲਿਆ ਫਿਰ ਤੁਤ ਭਗਵੰਤਾ। ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ न रहे कैसे मिलो प्यारे। एक पल दिनस मोको कभू न बिहावै, दर्शन की मन आस करेरी, कोई ऐसा संत मोको फिरह मिलावै रहाओ। चार पहर चौह जुगह जो समाने, ਰਹਿਣ ਭਈ ਤਬ ਅੰਤ ਨਾ ਜਾਣੇ। ਇਹੋ ਜਿਹੀ ਅਵਸਥਾ ਮਹਾਰਾਜ ਆਪ ਜੀ ਤੋਂ ਬਿਨਾਂ, ਆਪ ਜੀ ਦੇ ਮਿਲਾਪ ਤੋਂ ਬਿਨਾਂ, ਆਪ ਜੀ ਦੀ ਬਾਣੀ ਤੋਂ ਬਿਨਾਂ ਜਿਵੇਂ ਮੈਨੂੰ ਵਰੇ ਬੀਤ ਗਏ। ਉਹ ਬਹੁਤ ਜਨਮ ਵਿਛੜੇ ਤੇ ਮਾਧੋਏ ਜਨਮ ਤੁਮਾਰੇ ਲੇਖੇ ਵਾਲੀ ਹਾਲਾਤ ਮੇਰੇ ਚੱਲਦੇ ਆ। ਸੋ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਸਿੱਖੀ ਦੀ ਦਾਤ, ਭਗਤੀ ਦੀ ਦਾਤ, ਸਾਧੂਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਦੀ ਦਾਤ ਬਖਸ਼ੋ। ਜਿਹੜੇ ਆਪ ਮੁਕਤ ਹੁਣ ਮੈਨੂੰ ਮੁਕਤ ਕਰ ਦੇਣ। ਉਹ ਆਪਣੇ ਉਸਤਾਦ ਜੀ ਨੂੰ ਪੁੱਛਦਾ ਸੀ ਕਿ ਪੂਰਨ ਸੰਤ ਕਿੱਥੋਂ ਲੱਜਣਗੇ, ਕੀ ਇਹਨਾਂ ਦੇ ਲੱਛਣ ਆ? ਉਹ ਕਹਿੰਦੇ ਚਮੇਲੀ ਦਾ ਫੁੱਲ ਦੱਸਦਾ ਨਹੀਂ ਕਿ ਵਿੱਚੋਂ ਸੁਗੰਧ ਆਉਂਦੀ। ਪੂਰਨ ਮਹਾਂਪੁਰਖਾਂ ਕੋਲ ਜਾਵਾਂਗੇ, ਸਵਾਸ ਸਵਾਸ ਸਿਮਰਨ ਚੱਲ ਪੈਂਦਾ। ਕਾਮ ਕ੍ਰੋਧ ਹੰਕਾਰ ਕਿੰਨੇ ਵਧੇ ਹੋਣ, ਉਹਨਾਂ 'ਤੇ ਕੰਟਰੋਲ ਹੋ ਜਾਂਦਾ। ਕਿਉਂਕਿ ਜਿਹਨਾਂ ਦੇ ਆਪਣੇ ਨਹੀਂ ਕੰਟਰੋਲ 'ਚ, ਦੂਜੇ ਨੂੰ ਨਹੀਂ ਕੰਟਰੋਲ ਕਰ ਸਕਦੇ। ਆਪ ਮੈਂ ਨਹੀਂ ਪੜ੍ਹੇ, ਦੂਜੇ ਨੂੰ ਪੜ੍ਹਾ ਨਹੀਂ ਸਕਦੇ। ਖੁਦ ਬ੍ਰਹਮ ਗਿਆਨੀ ਦੂਜੇ ਨੂੰ ਵੀ ਬ੍ਰਹਮ ਗਿਆਨ ਦੇ ਸਕਦੇ ਆ। ਸੋ ਇਸ ਕਰਕੇ ਮਹਾਰਾਜ ਸਾਨੂੰ ਭਗਤੀ, ਸਿੱਖੀ, ਅੰਮ੍ਰਿਤ ਦੀ ਦਾਤ ਅਤੇ ਉੱਥੇ ਸਾਧੂਆਂ ਸੰਤਾਂ ਦਾ ਮਿਲਾਪ ਬਖਸ਼ੋ। ਪੂਰਨ ਮਹਾਂਪੁਰਖਾਂ ਦਾ, ਮਹਾਨਾਤਮਾ ਦਾ, ਮਹਾਤਮਾ ਦਾ। ਸੋ ਇਤਨੇ ਕੱਤਕ ਦੇ ਮਹੀਨੇ ਦੇ ਅਰਥ ਆ। ਆਓ ਆਖਰੀ ਪੰਕਤੀ 2 ਵਾਰ ਪੜ੍ਹ ਕੇ ਇੱਥੇ ਸਮਾਪਤੀ ਕਰੀਏ ਤੁਖਾਰੀ ਰਾਗ ਦੀ। ਨਾਮ ਭਗਤ ਦੇ ਨਿਜ ਕਰ ਬੈਠੇ, ਅਜਹੁ ਤਿਨਾੜੀ ਆਸਾ, ਨਾਨਕ ਮਿਲਹੁ ਕਪਟ ਦਰ ਖੋਲਹੁ, ਏਕ ਘੜੀ ਖਟ ਮਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 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 ਕੱਤਕ ਕਰਮ ਕਮਾਵਣੀ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ, ਕੀਤਾ ਕਿਛੁ ਨ ਹੋਵਈ ਲਿਖਿਆ ਤੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲਹਿ ਤਾਂ ਉਤਰਹਿ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲੇਹਿ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ, ਨਾਨਕ ਕੋ ਪ੍ਰਭ ਰਾਖ ਲੇਹਿ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕੱਤਕ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ
ਕੱਤਕ ਦੇ ਮਹੀਨੇ ਦੀ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ, ਜੋ ਕਿ ਤੁਖਾਰੀ ਰਾਗ ਮੂਲ ਰੂਪ ਵਿੱਚ ਮਹਾਰਾਜ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਥੜੇ ਤਾਪ 'ਤੇ ਬੈਠ ਕੇ 12 ਮਹਾ ਮਾਝ ਰਾਗ ਵਿੱਚ ਉਚਾਰਨ ਕਰਦੇ ਨੇ, ਜੋ ਕਿ ਆਮ ਗੁਰਦੁਆਰਿਆਂ 'ਚ ਪੜ੍ਹਿਆ ਸੁਣਿਆ ਜਾਂਦਾ ਹੈ। ਸੋ ਮਾਝ ਰਾਗ ਦੇ ਮਹੀਨੇ ਦੇ ਅੰਦਰ ਕੱਤਕ ਦੇ ਮਹੀਨੇ ਦੀ ਕਥਾ ਮਹੀਨੇ 'ਚ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਿਗਿਆਸੂ ਨੂੰ ਸਮਝਾਉਂਦੇ ਹਨ ਕਿ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਸੁੱਖ ਦੁੱਖ ਦੀ ਪ੍ਰਾਪਤੀ ਦਾ ਕਾਰਨ ਹਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੋ ਹੋਏ ਹੁਨਿਆਓ। ਜ਼ਹਿਰ ਦੇ ਬੀਜ ਵਾਹੂੰਗਾ, ਪਾਪਾਂ ਦੇ ਕੰਮ ਕਰੂੰਗਾ। ਝੂਠ ਬੋਲਣਾ, ਈਰਖਾ ਕਰਨੀ, ਨਿੰਦਿਆ ਕਰਨੀ, ਪ੍ਰਤੱਖ ਮਰਡਰ ਕਰਨਾ, ਕਿਸੇ ਦੀ ਨੁਕਸਾਨ ਕਰਨਾ। ਸੋ ਮਹਾਰਾਜ ਕਹਿੰਦੇ ਭਈ ਤਾਂ ਆਪ ਵੀ ਦੁਖੀ ਹੋਊਗਾ। ਅੱਜ ਫਸਲ ਬੀਜੀ ਦੀ, ਅਗਲੇ 6 ਮਹੀਨੇ ਕੱਟੀ ਦੀ ਆ। ਸੋ ਰੱਬ ਕਦੇ ਵੀ ਤੇਰੇ ਕੀਤੇ ਕਰਮਾਂ ਦੀ ਤੈਨੂੰ ਸਜ਼ਾ ਦੇ ਸਕਦਾ। ਸੋ ਇਸ ਕਰਕੇ ਚੰਗੇ ਕਰਮ ਕਰ ਅਤੇ ਚੰਗੇ ਫਲ ਮਿਲਣਗੇ। ਸਰੀਰ ਪਰ ਦੁੱਖ ਦੇ ਆਇਆ ਕਿਸੇ ਹੋਰ ਦੂਜੇ ਮਨੁੱਖ ਨੂੰ ਦੋਸ਼ ਦੇਣਾ ਠੀਕ ਨਹੀਂ। ਜਿਸ ਤਰ੍ਹਾਂ ਸਾਧੂ ਮਹਾਂਪੁਰਸ਼ ਕਿਸੇ ਦੇ ਬੂਹੇ 'ਤੇ ਆਉਂਦੇ ਆ, ਉਹ ਕਹਿੰਦੇ ਕਰ ਭਲਾ ਹੋ ਭਲਾ, ਅੰਤ ਭਲੇ ਕਾ ਭਲਾ। ਬੀਬੀ ਕਹਿੰਦੀ ਮੈਂ ਇਹਨਾਂ ਦਾ ਬੁਰਾ ਕਰਕੇ ਦੇਖਦੀ। ਉਹਨਾਂ ਨੇ ਪ੍ਰਸ਼ਾਦਾ ਮੰਗਿਆ, ਉਹਨੇ ਪਰੌਠੇ ਬਣਾਏ, ਉਹ 'ਚ ਜ਼ਹਿਰ ਪਾ ਕੇ ਦੇਤੀ। ਮਹਾਂਪੁਰਖ ਜੰਗਲ 'ਚ ਗਏ, ਕੁਟੀਆ ਵਿੱਚ, ਕਹਿੰਦੇ ਬਾਅਦ 'ਚ ਛਕੂੰਗਾ। ਕੀਲੇ 'ਤੇ ਲਟਕਾਤੇ ਪਰੌਠੇ। ਆਪ ਕਿਤੇ ਇਸ਼ਨਾਨ ਕਰਨ ਸ਼ਾਇਦ ਚਲੇ ਗਏ। ਮਗਰੋਂ ਉਸੇ ਬੀਬੀ ਦੇ ਬੱਚੇ ਖੇਡਦੇ ਖੇਡਦੇ ਜੰਗਲ ਵੱਲ ਗਏ। ਉਹਨਾਂ ਨੂੰ ਭੁੱਖ ਲੱਗਦੀ ਆ, ਕੁਟੀਆ 'ਚ ਵੜਦੇ ਦੇਖਦੇ ਕੁਛ ਖਾਣ ਵਾਲੀ ਚੀਜ਼ ਆ ਅਤੇ ਕੀਲੀ 'ਤੇ ਪ੍ਰਸ਼ਾਦੇ ਲਟਕੇ ਆ। ਉਤਾਰ ਕੇ ਖਾ ਲੈਂਦੇ ਆ ਅਤੇ ਜਦੋਂ ਜ਼ਹਿਰ ਦਾ ਅਸਰ ਹੁੰਦਾ ਵੀ ਘਰ ਜਾਂਦੇ ਆਪਣੀ ਮਾਂ ਕੋਲ ਪਹੁੰਚਦੇ, ਕਹਿੰਦੀ ਬੱਚਿਓ ਕੀ ਖਾ ਲਿਆ ਸੀ? ਕਹਿੰਦੇ ਉਹ ਹੀ ਸਾਧੂ ਮਹਾਂਪੁਰਸ਼ਾਂ ਦੇ ਕੁਟੀਆ 'ਚ ਗਏ ਸੀ, ਉੱਥੇ ਪ੍ਰਸ਼ਾਦੇ ਟੰਗੇ ਸੀ, ਉਹ ਖਾ ਲਏ। ਉਹ ਇਸ ਕਰਕੇ ਉਹ ਕਹਿੰਦੀ ਮੈਂ ਹੀ ਉਹਨਾਂ 'ਚ ਜ਼ਹਿਰ ਪਾਈ ਸੀ। ਸੋ ਇਸ ਤਰ੍ਹਾਂ ਜਿਹੜਾ ਕਿਸੇ ਲਈ ਖਾਈ ਖੋਦਦਾ ਕੁਰਬੀ ਉਸੇ 'ਚ ਮਰਦਾ। ਇਸ ਕਰਕੇ ਕਿਸੇ ਦਾ ਨੁਕਸਾਨ ਨਾ ਕਰੋ। ਪਾਪ ਕਰਮ ਮਨ 'ਚ ਸੋਚੋ, ਇਹਨਾਂ ਦੀ ਮੰਦੇ ਪੈ ਨਾ ਰੱਖਿਓ। ਕਰ ਸੁੱਕੇ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਾ ਨਾਲ ਪਾਣੀ ਥੋੜ੍ਹਾ ਖਾਇਆ। ਸੋ ਇਸ ਕਰਕੇ ਜੇ ਸਰੀਰ 'ਤੇ ਦੁੱਖ ਹੁੰਦਾ ਤੁਹਾਡੇ ਕਿਸੇ ਕਰਮ, ਇਨਸਾਨ ਜਦੋਂ ਝੂਠ ਬੋਲਦਾ, ਕਿਸੇ ਦਾ ਨੁਕਸਾਨ ਕਰਦਾ, ਕਿਸੇ ਦਾ ਪਾਪ ਕਰਦਾ, ਕਿਸੇ ਦਾ ਬੁਰਾ ਕਰਦਾ, ਸੋਚਦਾ ਨਹੀਂ ਪਰ ਰੱਬ ਉਹਦੀ ਸਜ਼ਾ ਦਿੰਦਾ, ਫਿਰ ਪਛਤਾਉਂਦਾ। ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਕੱਤਕ ਦੁਆਰਾ ਕਰਮ ਕਥਨ ਕਰਦੇ ਹਨ, ਜਿਵੇਂ ਕਿਵੇਂ ਜੀਵ ਜਿਵੇਂ ਕਰਮ ਕਮਾਉਂਦੇ ਹਨ, ਜਿੱਦਾਂ ਦੇ ਕੰਮ ਕਰਦੇ ਹਨ ਤਿਵੇਂ ਫਲ ਭੋਗਦੇ ਹਨ। ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਦੱਦੇ ਦੋਸ ਨਾ ਦਿਓ ਕਿਸੇ, ਦੋਸ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨ। ਆਪ ਕਮਾਣੇ ਵਿਛੜੀ, ਦੋਸ ਨਾ ਕਾਹੂ ਦੇਣ। ਸੋ ਪਿਛਲੇ ਜਨਮ 'ਚ ਅਸੀਂ ਜੋ ਮਾੜੇ ਕਰਮ ਕੀਤੇ, ਉਹਦਾ ਫਲ ਰੂਪ ਹੁਣ ਸਾਨੂੰ ਦੁੱਖ ਮਿਲਦਾ ਹੈ। ਗੁਰੂ ਨਾਨਕ ਸਾਹਿਬ ਭਾਈ ਬਾਲੇ ਨਾ ਸੀਗੇ ਮਰਦਾਨੇ ਨਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜਿਹੜੇ ਆਪ ਜੀ ਦੇ ਸਿੱਖ ਆ, ਉਹ ਦੁੱਖ ਪਾਉਣ 'ਤੇ ਖੁਸ਼ ਕਿਉਂ ਹੁੰਦੇ? ਕਹਿੰਦੇ ਇਸ ਕਰਕੇ ਖੁਸ਼ ਹੁੰਦੇ ਕਿ ਸਾਡਾ ਦੁੱਖ ਭੁਗਤਾਇਆ। ਜਿਵੇਂ ਕਿਸੇ ਨੂੰ ਸਜ਼ਾ ਹੋਈ, ਸਜ਼ਾ ਪੂਰੀ ਹੋਵੇ ਤਾਂ ਹੀ ਉਹ ਜੇਲ੍ਹ 'ਚੋਂ ਬਾਹਰ ਆਉਣਾ। ਸੋ ਦੁੱਖ ਸਾਡੇ ਹੀ ਕੀਤੇ ਕਰਮ ਦੀ ਸਜ਼ਾ ਹੈ। ਸੋ ਦੁੱਖ ਪੂਰਾ ਹੋਣ 'ਤੇ ਬੋਝ ਹਲਕਾ ਹੁੰਦਾ ਦਿਮਾਗ ਦਾ। ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਤੋਂ ਭੁੱਲਣ ਕਰਕੇ ਇਸ ਜੀਵ ਨੂੰ ਸਾਰੇ ਰੋਗ ਆ ਕੇ ਵਿਆਪਦੇ ਹਨ। ਜਿਹੜੇ ਰੱਬ ਨੂੰ ਭੁੱਲ ਜਾਂਦੇ ਹਨ, ਰੱਬ ਦੇ ਨਾਂ ਨੂੰ ਭੁਲਾ ਦਿੰਦੇ, ਜਿਹੜੇ ਨਾਸਤਕ ਬਣ ਜਾਂਦੇ ਆ, ਬਾਣੀ ਨਹੀਂ ਪੜ੍ਹਦੇ, ਰਹਿਤ ਨਹੀਂ ਰੱਖਦੇ, ਅੰਮ੍ਰਿਤ ਨਹੀਂ ਛਕਦੇ, ਗੁਰੂ ਦੇ ਦੱਸੇ ਰਸਤੇ 'ਤੇ ਨਹੀਂ ਚੱਲਦੇ, ਤਾਂ ਉਹ ਜੀਵ ਨੂੰ ਸਾਰੇ ਰੋਗ ਫਿਰ ਆ ਕੇ ਵਿਆਪਦੇ ਹਨ। ਸਰੀਰਕ ਰੋਗ ਵੀ ਅਤੇ ਮਾਨਸਿਕ ਰੋਗ ਵੀ, ਦੋਏ ਉਹਨੂੰ ਝੱਲਣੇ ਪੈਂਦੇ ਹਨ। ਬੇਮੁਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਜੋ ਪੁਰਸ਼ ਰਾਮ ਤੋਂ ਬੇਮੁਖ ਹੋਏ ਹਨ, ਉਹਨਾਂ ਨੂੰ ਜਨਮ ਮਰਨ ਦੇ ਵਿਜੋਗ ਦੁੱਖ ਲੱਗੇ ਰਹਿੰਦੇ ਹਨ। ਜਿਹੜੇ ਰਾਮ ਤੋਂ ਬੇਮੁਖ ਹੋ ਜਾਂਦੇ ਆ, ਗੁਰੂ ਤੋਂ ਬੇਮੁਖ ਹੋ ਜਾਂਦੇ ਆ, ਗੁਰੂ ਦੇ ਵਚਨਾਂ ਤੋਂ ਉਲਟ ਚੱਲਦੇ। ਗੁਰੂ ਕਹਿੰਦਾ ਕੇਸ ਰੱਖੋ, ਦਾੜ੍ਹੀ ਰੱਖੋ, ਸਾਬਤ ਸੂਰਤ ਪੈਰਾਂ ਤੋਂ ਲੈ ਕੇ ਸਿੱਖੀ ਕੇਸਾਂ ਸਵਾਸਾਂ ਨਾ ਲਗਾਈ, ਸਵਾਸ ਸਵਾਸ ਸਿਮਰਨ ਬਾਣੀ ਪੜ੍ਹੋ, ਸਵਾਸ ਖਰਾਬ ਨਾ ਕਰੋ ਅਤੇ ਸਰੀਰ ਸਾਬਤ ਸੂਰਤ ਰੱਖੋ। ਪਰ ਕਈ ਸਿਰ ਮੂੰਹ ਮਨਾ ਲੈਂਦੇ ਆ, ਕਹਿੰਦੇ ਅਸੀਂ ਫਿਰ ਸਿੱਖ ਹਾਂ। ਬੀਬੀਆਂ ਰੋਮਾਂ ਦੀ ਬੇਅਦਬੀਆਂ ਕਰਦੀਆਂ, ਪੂਰੇ ਸਰੀਰ ਦੇ ਵਾਲ ਝਾੜਦੀਆਂ, ਰੰਗਦੀਆਂ, ਕੱਟਦੀਆਂ। ਸੋ ਫਿਰ ਕਹਿੰਦੇ ਸਿੱਖਿਆ ਨਹੀਂ ਪਾਈ। ਸਾਹਿਬਜ਼ਾਦੇ ਉਹਨਾਂ ਨੂੰ ਸਿਰਫ ਇਹੀ ਕਿਹਾ ਸੀ ਨਾ, ਤੁਸੀਂ ਮੁਸਲਮਾਨ ਹੋ ਜਾਓ। ਮੁਸਲਮਾਨ ਹੋਣ ਦਾ ਅਰਥ ਕੈਂਚੀ ਉਸ ਤਰ੍ਹਾਂ ਫੇਰ ਲਓ, ਸੁੰਨਤ ਕਰ ਲਓ, ਬਾੜ ਕੱਟ ਲਓ। ਉਹਨਾਂ ਨੇ ਬੇਅਦਬੀ ਨਹੀਂ ਕੀਤੀ ਕਿ ਇਸ ਗੜ੍ਹ 'ਚੋਂ ਸਿੱਖੀ ਪੈਦਾ ਹੋਈ। ਸੋ ਇਸ ਕਰਕੇ ਸਿੱਖੀ ਨਾਲ ਪਿਆਰ ਕਰੋ। ਮਹਾਰਾਜ ਕਹਿੰਦੇ ਆ ਪਰਮੇਸ਼ਰ ਤੋਂ ਬੇਮੁਖ ਨਾ ਹੋਵੋ, ਗੁਰੂ ਤੋਂ ਬੇਮੁਖ ਨਾ ਹੋਵੋ।
ਨਾਮ ਜਪੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਚੰਗੇ ਕਰਮ ਕਰੋ। ਜਨਮ ਮਰਨ ਦੇ ਵਿਜੋਗ ਦੁੱਖ ਲੱਗੇ ਰਹਿਣਗੇ, ਨਹੀਂ ਤਾਂ ਜਨਮ ਮਰਮਾਂ ਦੇ ਗੇੜੇ 'ਚ ਪਾਓਗੇ। ਜੇ ਅੰਮ੍ਰਿਤ ਛਕ ਕੇ ਵੀ ਝੂਠ ਬੋਲੋਗੇ, ਥਾ ਨਾ ਪਾਇਨ ਕੂੜਿਆਂ ਨੂੰ ਮੁਕਾਲੇ ਦੁਜਕ ਚਾਲਿਆ। ਨਿੰਦਾ ਕਰੋਗੇ, ਸੰਤਾਂ ਦੀ ਨਿੰਦਾ ਕਰੋਗੇ, ਨਿੰਦਾ ਭਲੀ ਕਾਹੋ ਕੀ ਨਾ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਫਿਰ ਜਨਮ ਮਰਨ ਦੇ ਗੇੜ 'ਚ ਪਏ ਰਹੋਗੇ। ਆਪਣੇ ਗੁਰਬਾਣੀ ਅਤੇ ਇਤਿਹਾਸ 'ਤੇ ਕਿੰਤੂ ਪ੍ਰੰਤੂ ਕਰੋਗੇ। ਕਦੇ ਦਸਮ ਗ੍ਰੰਥ ਨਹੀਂ ਚੰਗਾ, ਅਤੇ ਕਦੇ ਜਿਹੜੇ ਧਰਮ 5-5 ਹਜ਼ਾਰ ਸਾਲ ਪੁਰਾਣੇ, ਉਹ ਆਪਣੇ ਗ੍ਰੰਥ ਵੀ ਉਹਨਾਂ ਦੇ ਰਹਿਬਰਾਂ ਦੇ ਮੋਹਰੇ ਨਹੀਂ ਲਿਖੇ, ਅੱਗੇ ਪਿੱਛੇ ਲਿਖੇ, ਉਹ ਫਿਰ ਵੀ ਕਦੇ ਆਪਣੇ ਗ੍ਰੰਥ 'ਤੇ ਕਿੰਤੂ ਨਹੀਂ ਕਰਦੇ। ਪਰ ਸਾਡੇ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਹਸਤ ਲਿਖਤ ਵੀ ਮਾਈ ਭਾਗੋ ਦੇ ਪੌਂਕੇ 'ਚ ਪਏ ਹਜ਼ੂਰ ਸਾਹਿਬ ਦੱਖਣੀ ਸਿੱਖਾਂ ਕੋਲ, ਸਾਡੇ ਕੋਲ ਸਬੂਤ ਵੀ ਆ। ਫਿਰ ਵੀ ਕਦੇ ਦਸਮ ਗ੍ਰੰਥ 'ਤੇ ਕਿੰਤੂ, ਕਦੇ ਗੁਰਬਾਣੀ 'ਤੇ ਕਿੰਤੂ, ਕਦੇ ਇਤਿਹਾਸ 'ਤੇ ਕਿੰਤੂ। ਸੋ ਇਸ ਕਰਕੇ ਕਿੰਤੂ ਕਰਨ ਵਾਲੇ ਜਿਹੜੇ ਆ 84 ਲੱਖ ਜੂਨੀ 'ਚ ਪੈ ਜਾਂਦੇ। ਜਿਵੇਂ ਨਾਰਦ ਮੁਨੀ ਨੂੰ ਵਿਸ਼ਨੂੰ ਭਗਵਾਨ ਨੇ ਪੁੱਛਿਆ ਸੀ, ਤੂੰ ਸਾਰੀ ਪੜ੍ਹਾਈ ਪੜ੍ਹ ਗਿਆ? ਕਹਿੰਦਾ ਹਾਂ। ਮਨ ਨੂੰ ਸ਼ਾਂਤ ਦੇਣ ਵਾਲੀ ਪੜ੍ਹਾਈ ਨਹੀਂ ਪੜ੍ਹੀ? ਕਹਿੰਦਾ ਉਹ ਕੀ ਹੁੰਦੀ? ਉਹ ਕਹਿੰਦੇ ਬ੍ਰਹਮ ਵਿੱਦਿਆ। ਕਿੱਥੋਂ ਮਿਲਦੀ? ਬ੍ਰਹਮ ਗਿਆਨੀਆਂ ਤੋਂ। ਗੁਰੂ ਧਾਰਨ ਕਰਨਾ ਪੈਂਦਾ, ਤੂੰ ਅਜੇ ਤੱਕ ਨਿਗੋਰਾ ਆ। ਸੋ ਜਿੱਥੇ ਵਿਸ਼ਨੂੰ ਭਗਵਾਨ ਦੀ ਸੰਗਤ ਵਿੱਚ ਆ ਕੇ ਨਾਰਦ ਮੁਨੀ ਬਹਿੰਦਾ ਸੀ, ਸਵਾ ਗਜ ਮਿੱਟੀ ਭ੍ਰਿਸ਼ਟ ਹੋ ਜਾਂਦੀ ਸੀ, ਧਰਤੀ ਮਿੱਟੀ ਪੱਟ ਕੇ ਸਿੱਟਦੇ, ਨਵੀਂ ਮਿੱਟੀ ਪਾਉਂਦੇ ਸੀ। ਉਹਨੇ ਪੁੱਛਿਆ ਤਾਂ ਉਹ ਨੌਕਰ ਕਹਿੰਦੇ, ਸੇਵਾਦਾਰ ਕਹਿੰਦੇ ਸੀ ਤਾਂ ਸਾਨੂੰ ਮਿੱਟੀ ਪੱਟਣ ਦਾ ਹੁਕਮ ਆ, ਵਿਸ਼ਨੂੰ ਭਗਵਾਨ ਨੂੰ ਪੁੱਛ। ਉਹ ਕਹਿੰਦਾ ਤੂੰ ਤਾਂ ਨਿਗੋਰਾ ਹੀ ਆ, ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ। ਸੋ ਇਸ ਕੀਤੀ ਸ਼ਲੋਕਾਂ 'ਚ ਮਹਾਰਾਜ ਕਹਿੰਦੇ ਆ, ਜਿਹੜਾ ਗੁਰਮੰਤਰਹੀਣ ਪ੍ਰਾਣੀ ਆ, ਜਿਹੜਾ 5 ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕਦਾ, ਗੁਰੂ ਵਾਲਾ ਨਹੀਂ ਬਣਦਾ। ਸੋ ਉਹ ਜਿੱਥੇ ਵੀ ਬਹਿੰਦਾ, ਸਵਾ ਗਜ ਮਿੱਟੀ ਪਲੀਤ ਹੁੰਦੀ ਹੈ। ਨਿਗੋਰੇ ਕਾਹੇ ਨਾਉ ਬੁਰਾ। ਸੋ ਕਹਿੰਦੇ ਕਿਹੜਾ ਗੁਰੂ ਕਿੱਦਾਂ ਧਾਰਨ ਕਰਾਂ? ਕਹਿੰਦੇ ਸਵੇਰੇ ਇਸ਼ਨਾਨ ਕਰਕੇ ਜਦੋਂ ਸਤਸੰਗ ਵਾਲਾ ਹੂੰ, ਜਿਹੜਾ ਤੇਰੇ ਮੱਥੇ ਪਹਿਲਾਂ ਲੱਗੂ ਤੇਰਾ ਗੁਰੂ ਹੋ। ਉਹ ਵਿਸ਼ਵਾਮਿੱਤਰ ਸ਼ਿਕਾਰੀ ਦਾ ਰੂਪ ਧਾਰਨ ਕਰਕੇ ਰਾਜ ਤੁਰਿਆ ਜਾਂਦਾ। ਹੁਣ ਸੋਚਿਆ ਕੋਈ ਮਹਾਤਮਾ ਮਿਲਣਗੇ ਜਿਹੜਾ ਮੇਰਾ ਵੀ ਕਸ਼ਟ ਦੂਰ ਕਰਨਗੇ। ਉਹ ਮੱਥਾ ਟੇਕਦਾ, ਕਹਿੰਦਾ ਮੈਂ ਤਾਂ ਸ਼ਿਕਾਰੀ ਹਾਂ, ਮੈਨੂੰ ਕਾਹਨੂੰ ਮੱਥਾ ਟੇਕਦਾ? ਪਰ ਕਹਿੰਦਾ ਮੈਨੂੰ ਹੁਕਮ ਹੀ ਇੰਨਾ ਵੀ ਜਿਹੜਾ ਪਹਿਲਾਂ ਮੱਥੇ ਲੱਗੇ ਸੀ, ਤੁਸੀਂ ਮੇਰੇ ਗੁਰੂ ਆ। ਪਰ ਕਰਮਾਂ ਕਰਕੇ ਚਲੇ ਜਾਂਦੇ ਆ। ਵਿਸ਼ਨੂੰ ਭਗਵਾਨ ਪੁੱਛਦੇ ਆ, ਗੁਰੂ ਧਾਰਨ ਕਰ ਲਿਆ? ਕਹਿੰਦੇ ਹਾਂ ਜੀ, ਗੁਰੂ ਤਾਂ ਧਾਰਨ ਕਰ ਲਿਆ, ਪਰ ਗੁਰੂ 'ਤੇ ਸ਼ੰਕਾ ਕੀਤੀ। ਕਹਿੰਦੇ ਪਹਿਲੀ ਗਲਤੀ ਬੰਦਾ ਗੁਰੂ ਨਹੀਂ ਧਾਰਨ ਕਰਦਾ, ਦੂਜੀ ਗਲਤੀ ਗੁਰੂ ਧਾਰਨ ਕਰਕੇ ਗੁਰੂ 'ਤੇ ਸ਼ੰਕਾ ਕਰਦਾ ਹੈ। ਸੋ ਉਹਨੂੰ ਵੀ 84 ਦਾ ਗੇੜ ਪੈਂਦਾ। ਜਿਵੇਂ ਅੱਜ ਕੱਲ੍ਹ ਕਈ ਰਾਗ ਮਾਲਾ 'ਤੇ ਕਿੰਤੂ, ਕੋਈ ਮੂਲ ਮੰਤਰ 'ਤੇ ਕਿੰਤੂ ਜੀ ਗੁਰਪ੍ਰਸਾਦ ਤੱਕ ਦਿੰਦੇ ਆ, ਕੋਈ ਚੌਪਈ ਸਾਹਿਬ ਛੋਟੀ ਕਰ ਦਿੰਦੇ, ਕੋਈ ਰਹਿਰਾਸ ਸਾਹਿਬ ਛੋਟਾ ਕਰ ਦਿੰਦੇ। ਇਹ ਗੁਰਬਾਣੀ 'ਤੇ ਕਿੰਤੂ ਆ। ਕੋਈ ਕਹਿੰਦੇ ਦਸਮ ਗ੍ਰੰਥ ਨਹੀਂ ਸਾਡਾ। ਸੋ ਕੋਈ ਰਾਗ ਮਾਲਾ ਨਹੀਂ 5 ਪਿਆਰੇ ਪੜ੍ਹਨ ਨੂੰ ਕਹਿੰਦੇ। ਸੋ ਮਹਾਰਾਜ ਨੇ 25 ਪਿਆਰੇ ਨਹੀਂ ਥਾਪੇ। ਇਹ ਕਿਉਂ ਕਰ ਤੋਂ 18 10 20 ਤੱਕ ਕਦੇ ਸ਼ੰਕਾ ਨਹੀਂ ਕਰਨੀ। ਜਿਹੜੇ ਸ਼ੰਕਾ ਕਰਦੇ ਉਹ ਸਿੱਖ ਨਹੀਂ, 5 ਪਿਆਰੇ ਵੀ ਨਹੀਂ ਹੋ ਸਕਦੇ ਅਤੇ ਸਿੱਖ ਵੀ ਨਹੀਂ ਹੋ ਸਕਦੇ। ਸੋ ਇਸ ਕਰਕੇ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਨੂੰ ਹੱਥੀਂ ਅੰਮ੍ਰਿਤ ਛਕਾਇਆ ਸੀ ਤਾਂ ਜਰਨੈਲ ਸਿੰਘ ਵੰਡ ਦੇ ਪ੍ਰੈਸ ਰਿਪੋਰਟਰਾਂ ਨੂੰ ਕਹਿੰਦੇ ਕਿ ਟਕਸਾਲ ਦੀ ਮਰਿਆਦਾ ਵੱਖਰੀ ਨਹੀਂ, ਮਰਿਆਦਾ ਅਸੀਂ ਬਣਾ ਹੀ ਨਹੀਂ ਸਕਦੇ, 10ਵੇਂ ਪਾਤਸ਼ਾਹ ਨੇ ਬਣਾਈ, ਅਸੀਂ ਸਿਰਫ ਉੱਤੇ ਟਕਸਾਲ ਪਹਿਰਾ ਦਿੰਦੀ ਆ। ਉਹ ਅੱਜ ਟਕਸਾਲਾਂ ਵਿੱਚ ਅੰਮ੍ਰਿਤ ਤਿਆਰ ਹੁੰਦਾ, ਜੋ ਬਾਬਾ ਦੀਪ ਸਿੰਘ ਨੂੰ ਹੱਥੀਂ ਮਹਾਰਾਜ ਅੰਮ੍ਰਿਤ ਛਕਾਇਆ। ਜਿਹੜੀ ਮਰਿਆਦਾ ਰਹਿਤ ਰਖਾਈ ਸੀ, ਉਹ ਰਹਿਤ ਦੱਸੀ ਜਾਂਦੀ। ਪੂਰਾ ਮੂਲ ਮੰਤਰ ਦਿੱਤਾ ਜਾਂਦਾ 5 ਪਿਆਰਿਆਂ ਦੁਆਰਾ, ਅਤੇ ਪੂਰੀ ਚੌਪਈ ਸਾਹਿਬ ਪੜ੍ਹੀ ਜਾਂਦੀ ਆ। ਸੋ ਸਾਧ ਸੰਗਤ ਜੀ, ਗੁਰੂ ਸਮੱਤ ਬਖਸ਼ੇ ਕਿ 5 ਤਖ਼ਤਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਚਲਾਈ ਹੋਈ ਟਕਸਾਲੀ ਮਰਿਆਦਾ ਲਾਗੂ ਹੋਣੀ ਚਾਹੀਦੀ ਆ। ਸੁਖਿਨ ਮਹਿਕ। ਸੋ ਨਹੀਂ ਤਾਂ ਜਨਮ ਮਰਨ ਦੇ ਵਿਛੋੜੇ ਲੱਗੇ ਰਹਿੰਦੇ। ਫਿਰ ਵਿਸ਼ਨੂੰ ਭਗਵਾਨ ਕਹਿੰਦੇ ਵੀ ਮੈਂ ਸ਼ੰਕਾ ਕੀਤੀ, ਕਹਿੰਦੇ ਤੈਨੂੰ 84 ਦਾ ਗੇੜ ਪਊ। ਦੂਜੇ ਦਿਨ ਫਿਰ ਜਾਈ, ਉਹ ਗੁਰੂ ਨੂੰ ਮੱਥਾ ਟੇਕ ਕੇ ਪਰਿਕਰਮਾ ਕਰਕੇ ਕਹੀ ਤੁਸੀਂ ਹੁਣ ਮੇਰੀ ਸ਼ੰਕਾ ਦੂਰ ਕਰੋ। ਦੂਜੇ ਦਿਨ ਫਿਰ ਗਿਆ, ਮੱਥਾ ਟੇਕਿਆ। ਸ਼ਿਕਾਰੀ ਕਹਿੰਦਾ ਮੈਂ ਤਾਂ ਤੇਰਾ ਗੁਰੂ ਨਹੀਂ, ਪਰ ਕਹਿੰਦੇ ਮੈਂ ਤੈਨੂੰ ਗੁਰੂ ਥਾਪਿਆ, ਮੈਨੂੰ ਜੁਗਤੀ ਦੱਸ। ਵਿਸ਼ਨੂੰ ਭਗਵਾਨ ਕਹਿੰਦੇ ਤੂੰ ਗੁਰੂ 'ਤੇ ਸ਼ੰਕਾ ਕੀਤਾ ਆ। ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਓ। ਤੂੰ ਗੁਰੂ ਦੀ ਉੱਤੇ ਸ਼ੰਕਾ ਕੇ ਸਵਾਲ ਕਿਉਂ ਖੜਾ ਕੀਤਾ ਕਿ ਗੁਰੂ ਪਾਪੀ ਆ? ਗੁਰੂ ਦੇ ਕਰਮਾਂ ਦੀ ਵਿਚਾਰ ਨਹੀਂ ਕਰਨੀ। ਸੋ ਇਸ ਕਰਕੇ ਉਹ ਫਿਰ ਕਹਿੰਦਾ ਵੀ ਵਿਸ਼ਨੂੰ ਭਗਵਾਨ ਕੋਈ ਜਾ ਕਹਿ ਵੀ ਇੱਥੇ ਜਿਹੜੀ 84 ਲੱਖ ਜੂਨ ਮੈਂ ਭੁਗਤਣੀ, ਇੱਥੇ ਨਕਸ਼ਾ ਖਿੱਚੋ ਅਤੇ ਆਪ ਕੱਪੜੇ ਲਾ ਕੇ ਲਿਟ ਜਾਈ, ਕਹੇ ਮੈਂ ਇੱਥੇ ਭੁਗਤ ਲੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਕੋ ਬੀਬੀ ਮਾਤਾ ਸੁਲੱਖਣੀ ਜਾਂਦੇ ਆ, ਮਹਾਰਾਜ ਕਹਿੰਦੇ ਤੇਰੀ ਕਿਸਮਤ 'ਚ ਪੁੱਤ ਨਹੀਂ। ਵਾਪਸ ਉਦਾਸ ਹੋ ਕੇ ਆ ਜਾਂਦੇ ਤਾਂ ਰਸਤੇ 'ਚ ਭਾਈ ਗੁਰਦਾਸ ਜੀ ਮਿਲਦੇ। ਉਹ ਕਹਿੰਦੇ ਕੱਲ੍ਹ ਨੂੰ ਫਿਰ ਗੁਰੂ ਸਾਹਿਬ ਆਉਣਗੇ, ਤੂੰ ਜਾ ਕੇ ਮੋਹਰੇ ਲੰਮੀ ਪੈ ਜਾਈ, ਚਰਨ ਫੜ ਲਈ। ਕਿਉਂਕਿ ਮਹਾਰਾਜ ਇੱਥੇ ਦੇ ਲਿਖਾਰੀ ਵੀ ਤੁਸੀਂ, ਦਰਗਾਹ ਦੇ ਲਿਖਾਰੀ ਵੀ ਤੁਸੀਂ ਲਿਖੇ। ਨਿਰਗੁਣ ਆਪ ਸਰਗੁਣ ਪਿਓ ਹੀ। ਉਹ ਪਾਰਬ੍ਰਹਮ ਪਰਮੇਸ਼ਰ ਵੀ ਤੁਸੀਂ ਆ ਅਤੇ ਇੱਥੇ ਗੁਰੂ ਰੂਪ ਪਰਮੇਸ਼ਰ ਵੀ ਤੁਸੀਂ ਆ। ਜਿਵੇਂ ਜਨਮ ਸਾਖੀ 'ਚ ਰੱਬ ਅੰਦਰੋਂ ਆਵਾਜ਼ ਆਉਂਦੀ, ਮੈਂ ਪਾਰਬ੍ਰਹਮ ਪਰਮੇਸ਼ਰ, ਮੈਂ ਪਰਮਾਤਮਾ ਹਾਂ ਅਤੇ ਤੂੰ ਮੇਰਾ ਸਰੀਰ ਆ। ਗੁਰੂ ਨਾਨਕ ਤੂੰ ਗੁਰੂ ਅਖਾਈ, ਤੂੰ ਸਤਿਗੁਰੂ ਅਵਤਾਰ ਆ, ਮੇਰਾ ਰੂਪ ਆ। ਸੋ ਇਸ ਤਰ੍ਹਾਂ
ਵਿਸ਼ਨੂੰ ਭਗਵਾਨ ਮੂਹਰੇ ਜਾ ਕੇ ਕੱਪੜੇ ਲਾ ਕੇ ਲਿਟ ਗਿਆ। ਉਹਨੂੰ ਕਹਿੰਦਾ ਮੇਰੇ ਨਕਸ਼ਾ ਖਿੱਚੋ 84 ਦਾ, ਜਿਹੜੀ ਮੈਂ ਭੁਗਤਣੀ। ਉਹਨਾਂ ਨੇ ਨਕਸ਼ਾ ਖਿੱਚਿਆ, ਕੱਪੜੇ ਲਾ ਕੇ ਪੈ ਗਿਆ। ਕਹਿੰਦੇ ਜੁਗਤੀ ਕਿਹਨੇ ਦੱਸੀ? ਇੱਧਰ ਗੁਰੂ ਹਰਗੋਬਿੰਦ ਸਾਹਿਬ ਮਾਤਾ ਸੁਲੱਖਣੀ ਨੂੰ ਪੁੱਛਦੇ ਜਾ ਕੇ, ਉਹਨਾਂ ਦੇ ਚਰਨਾਂ 'ਤੇ ਡਿੱਗ ਪੈਂਦੀ ਆ, ਮਹਾਰਾਜ ਤੁਸੀਂ ਇੱਥੇ ਦੇ ਲਿਖਾਰੀ ਇੱਥੇ ਦੇ। ਮਹਾਰਾਜ ਕਹਿੰਦੇ ਕਲਮ ਅਤੇ ਕਾਗਜ਼ ਲਿਆ। ਇੱਕ ਲਿਖਣ ਲੱਗੇ, ਘੋੜੇ ਲੱਤ ਮਾਰੀ, 7 ਬਣ ਗਏ। ਹੁਣ 7 ਪਾਉਣਗੇ। ਕਹਿੰਦੇ ਵੀ ਤੂੰ ਇੱਕ ਪੁੱਤ ਰੱਖ ਲਾ, 6 ਸਾਨੂੰ ਦੇ ਦੇ, ਸੇਵਾ ਥੋੜ੍ਹੀ ਮੰਗਣ ਬਹੁਤਾ। ਫਿਰ ਸਾਰੇ ਗਣਾ ਤੇ ਮੇਰੇ ਆਹ ਕੰਮ ਕਰਨਗੇ, ਆਹ ਕੰਮ ਕਰਨਗੇ। ਸੋ ਇਸ ਤਰ੍ਹਾਂ ਕਹਿੰਦੇ ਤੈਨੂੰ ਜੁਗਤੀ ਕਹਿੰਦਾ ਸੀ, ਕਹਿੰਦੀ ਭਾਈ ਗੁਰਦਾਸ ਜੀ ਨੇ। ਸੋ ਗੁਰੂ ਕੋਲ ਜੁਗਤੀ ਹੁੰਦੀ ਹੈ ਸਾਧ ਸੰਗਤ ਜੀ। ਅਤੇ ਗੁਰੂ ਤੋਂ ਬੇਮੁਖ ਹੋ ਜਾਵਾਂਗੇ ਅਤੇ ਜਨਮ ਮਰਨ ਦੇ ਵਿਛੋੜੇ ਦੇ ਦੁੱਖ ਝੱਲਣੇ ਪੈਣਗੇ। ਫਿਰ ਮੈਂ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ, ਜਿਤਨੇ ਕੁ ਮਾਇਆ ਦੇ ਭੋਗ ਪਦਾਰਥ ਮਿੱਠੇ ਲੱਗ ਰਹੇ ਸਨ, ਉਹ ਸਾਰੇ ਦੇ ਸਾਰੇ ਇੱਕ ਖਿਣ ਵਿੱਚ ਕੌੜੇ ਦੁਖਦਾਈ ਹੋ ਜਾਣਗੇ। ਅੱਜ ਇਹ ਕਾਰਾਂ, ਇਹ ਕੋਠੀਆਂ, ਇਹ ਸੁੱਖ ਆਰਾਮ ਚੈਨ ਸਭ ਹੁਣ ਇੱਕ ਮਿੰਟ 'ਚ ਮੌਤ ਆ ਜਾਏ ਅਤੇ ਚੱਲ ਜਾਣਗੇ। ਕਰਮ ਮੁਤਾਬਕ ਕੋਈ ਅੱਜ ਇੱਥੇ ਐਸ਼ ਮਾਣ ਡਿਆ, ਇੱਕ ਮਿੰਟ ਵਿੱਚ ਹੀ ਜੇ ਉਹਦੇ ਭੈੜੇ ਕਰਮ ਆ, ਝੂਠ ਬੋਲਦਾ, ਈਰਖਾ ਕਰਦਾ, ਤਾਂ ਮਿੰਟਾਂ 'ਚ ਰੱਬ ਨੂੰ ਕੁੱਤਾ ਬਣਾ ਕੇ ਦਰਦਾ ਅਤੇ ਭੁੱਖਾ ਵੀ ਕਮਾ ਸਕਦਾ। ਅੱਜ ਦਸਵੰਧ ਨਹੀਂ ਕੱਢਦਾ, ਅੱਜ ਉਹ ਧਰਮ ਅਰਥ ਨਹੀਂ ਲਾਉਂਦਾ 10% ਤੋਂ ਲੈ ਕੇ, ਅਤੇ ਫਿਰ ਉਹ ਰੱਬ ਉਹਨੂੰ ਕੰਜੂਸ ਨੂੰ ਗਾਹਾਂ ਭਿਖਾਰੀ ਬਣਾਊਗਾ। ਜਿਹੜਾ ਚੰਗਾ ਦਾਨ ਕਰਦਾ ਉਹ ਗਾਹਾਂ ਵੀ ਉਹਨੂੰ ਅਗਲੇ ਜਨਮ 'ਚ ਫਿਰ ਉਹ ਚੰਗਾ ਅਮੀਰ ਬਣਦਾ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋ ਆਪਣੀ ਦੇ ਵੇਦਨ ਕਹੀਏ ਕਿਸ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ। ਮਿੱਠਾ ਕਰਕੇ ਖਾਇਆ ਬਹੁਤ ਸਾਧੋ ਵਧਿਆ ਰੋਗ, ਸੁਧ ਪਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ। ਸੋ ਜਿੰਨੇ ਮਾਇਆ ਦੇ ਐਸ਼ ਆਰਾਮ ਆ, ਭੋਗ ਪਦਾਰਥ ਮਿੱਠੇ ਲੱਗ ਰਹੇ ਹਨ। ਸੋ ਮਹਾਰਾਜ ਕਹਿੰਦੇ ਮਿੱਠਾ ਰਸਨਾ ਸਾਦਾ ਭੋਜਨ ਖਾਣਾ ਚਾਹੀਦਾ, ਬਹੁਤੇ ਜੀਵ ਨੂੰ ਲਲਚਾਉਣਾ ਨਹੀਂ ਚਾਹੀਦਾ। ਰਿੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਦੇਖ ਫਰਾਈ ਚੋਪੜੀ ਨਾ ਤਰਸਾਈ ਜੀਓ। ਉਹ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵਹਿ ਰੋਜ਼, ਇਸ ਜੀਵ ਦੀ ਵਿੱਚ ਵਿਚੋਲਗੀ ਵਕੀਲੀ ਜਾਂ ਸਿਫਾਰਸ਼ ਕੋਈ ਨਹੀਂ ਕਰ ਸਕਦਾ। ਕਿਸ ਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ। ਮਹਾਰਾਜ ਕਹਿੰਦੇ ਕਿਸੇ ਨੇ ਤੈਨੂੰ ਗਾਂ ਦਰਗਾਹ 'ਚ ਛਡਾਉਣਾ ਨਹੀਂ ਆ। ਕੀਤਾ ਕਿਛੂ ਨਾ ਹੋਵੇ ਹੀ ਲਿਖਿਆ ਤਰ ਸੰਜੋਗ, ਜੀਵ ਦਾ ਆਪਣਾ ਕੀਤਾ ਕੁਛ ਨਹੀਂ ਹੁੰਦਾ। ਇਸ ਦਾ ਸੰਜੋਗ ਵਿਜੋਗ ਧੁਰ ਤੋਂ ਹੀ ਲਿਖਿਆ ਗਿਆ ਹੈ। ਇਸ ਦੇ ਕਰਮਾਂ ਦਾ ਸੰਜੋਗ ਧੁਰ ਤੋਂ ਹੀ ਲਿਖਿਆ ਗਿਆ ਹੈ। ਸੋ ਧੁਰ ਤੋਂ ਹੀ ਲਿਖਿਆ ਆ। ਪਰਮਾਤਮਾ ਨੇ ਆਪਣੇ ਨਾਲ ਜੋੜਨਾ, ਤੋੜਨਾ, ਵਿਛੋੜਨਾ, ਗੁਰਮੁਖ ਮਨਮੁਖ ਸਾਰਾ ਕੁਝ ਜੋ ਤੇਰੇ ਕਿਸਮਤ 'ਚ ਲਿਖਤਾ ਉਹੀ ਤੈਨੂੰ ਪ੍ਰਾਪਤ ਹੋਣਾ ਆ। ਹਾਂ, ਮਹਾਰਾਜ ਕਹਿੰਦੇ ਵੀ ਕਰਮ ਵੀ ਇਹ ਬਣਾਉਣੇ, ਜਿਵੇਂ ਸਤਸੰਗ ਅੱਜ ਕਰਦੇ ਹਾਂ ਅਤੇ ਇਹਦਾ ਫਲ ਕਦੇ ਵੀ ਸਾਧੂ ਮਹਾਤਮਾ ਦਾ ਮਿਲਾਪ ਹੋ ਜਾਊ। ਜਿਵੇਂ ਗਾਂਕਾ ਦੇ ਘਰ ਦੇ ਮੂਹਰੇ ਜਦੋਂ ਮਹਾਤਮਾ ਲੰਘੇ ਤਾਂ ਮੀਂਹ ਪੈਣ ਲੱਗ ਪਿਆ। ਪਿਛਲੇ ਕਿਸੇ ਜਨਮ 'ਚ ਉਹਨੇ ਸਤਸੰਗ ਕੀਤੀ ਸੀ, ਉਹਦਾ ਫਲ ਦੇਣਾ ਸੀ। ਉਹਨਾਂ ਨੇ ਤੋਤਾ ਦੇ ਦਿੱਤਾ, ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਬੋਲੂਗਾ, ਕਹੂਗਾ ਉੱਠ ਬੋਲ ਰਾਮ ਰਾਮ। ਗਾਂਕਾ ਨੇ ਕਦੇ ਰਾਮ ਰਾਮ ਕਿਹਾ ਨਹੀਂ ਸੀ। ਕਈ ਮਹੀਨੇ ਬੀਤ ਗਏ, ਉਹ ਕਹਿੰਦਾ ਉੱਠ ਬੋਲ ਰਾਮ ਰਾਮ। ਉਹਨੂੰ ਪਤਾ ਸੀ ਅਲਾਰਮ ਜਿੱਦਾਂ ਰੋਜ਼ ਵੱਜਦਾ, ਬੰਦੇ ਨੂੰ ਪਤਾ ਹੁੰਦਾ ਨਾ ਵੱਜੇ ਤਾਂ ਜਾਣ ਜਾਂਦਾ ਹੈ ਘੜੀ 'ਚ ਕੋਈ ਮਿਸਟੇਕ ਆ। ਸੋ ਇੱਕ ਦਿਨ ਤੋਤਾ ਨਹੀਂ ਬੋਲਿਆ, ਉੱਠ ਕੇ ਅੱਖਾਂ ਮੀਟ ਦੀ ਗੜਾਉਂਦੀ ਚੱਲ ਗਈ। ਦਿਨ ਚੜ੍ਹਨ ਵਾਲਾ ਹੋ ਗਿਆ, ਪਿੰਜੜੇ 'ਚ ਹੱਥ ਪਾਇਆ ਤਾਂ ਸੱਪ ਬੈਠਾ ਸੀ ਤੋਤੇ ਨੂੰ ਖਾ ਕੇ। ਸੋ ਸੱਪ ਦੇ ਜਦ ਹੱਥ ਮਾਰਿਆ, ਕਹਿੰਦੀ ਬੋਲ ਰਾਮ ਰਾਮ, ਮੂੰਹ 'ਚੋਂ ਰਾਮ ਰਾਮ ਨਿਕਲਿਆ, ਅੰਤਕਾਲ ਪਰਮੇਸ਼ਰ ਸਿਮਰਿਆ। ਆਖਰੀ ਵੇਲੇ ਮੂੰਹ ਤੋਂ ਰਾਮ ਰਾਮ ਨਿਕਲਿਆ ਅਤੇ ਮੁਕਤ ਹੋ ਗਈ। ਇਸ ਤਰ੍ਹਾਂ ਮਹਾਂਪੁਰਖਾਂ ਨੇ, ਜਿਵੇਂ ਸੰਤ ਬਾਬਾ ਜਵਾਲਾ ਸਿੰਘ ਦੇ ਟਾਈਮ ਵਿੱਚ ਇੱਕ ਸਾਧੂ ਸੀ, ਉਹਦੀ ਸਵਾਸਾਂ ਦੀ ਗੱਠ 6 ਮਹੀਨੇ ਪਹਿਲਾਂ ਖੁੱਲ੍ਹ ਜਾਂਦੀ ਧੁੰਨੀ ਪਿੱਛੇ। ਉਹਨੇ ਕਹਿਤਾ ਫਲਾਨੀ ਤਰੀਕ ਨੂੰ ਮੈਂ ਸਰੀਰ ਛੱਡ ਕੇ ਜਾਊਂਗਾ ਸੱਚਖੰਡ ਨੂੰ ਅਤੇ ਢੋਲ ਛੈਣੇ ਵੱਜਣਗੇ। ਉਹ ਉਸੇ ਤਰੀਕ 'ਤੇ ਸਰੀਰ ਛੱਡਦਾ, ਪਰ ਢੋਲਕੀਆਂ ਛੈਣੇ ਨਹੀਂ ਵੱਜੇ। ਸੰਗਤ ਨੇ ਬਾਬਾ ਜਵਾਲਾ ਸਿੰਘ ਨੂੰ ਦੱਸਿਆ। ਮਹਾਂਪੁਰਖ ਘੋੜੇ 'ਤੇ ਚੜ੍ਹ ਕੇ ਆਏ, ਦੇਖਿਆ ਉਹਦੇ ਸਰੀਰ ਨੂੰ ਕੋਲ ਇੱਕ ਦਰੱਖਤ ਸੀ ਅਤੇ ਮਿੱਠਾ ਫਲ ਲੱਗਾ ਸੀ ਅਤੇ ਕੁਤੜਾ ਸੀ। ਮਹਾਂਪੁਰਖ ਕਹਿਣ ਲੱਗੇ, ਉਹਨਾਂ ਨੇ ਕੁਤੜਾ ਚੁੱਕਿਆ, ਹੱਥ 'ਤੇ ਰੱਖ ਕੇ ਵਾਹਿਗੁਰੂ ਕਹਿ ਕੇ ਮੂਲ ਮੰਤਰ ਪੜ੍ਹ ਕੇ ਉਹਨੂੰ ਮਸਲ ਦਿੱਤਾ। ਜਦੋਂ ਉਹ ਕੁਤੜੇ ਦੇ ਸਵਾਸ ਨਿਕਲੇ ਤਾਂ ਢੋਲਕੀਆਂ ਛੈਣੇ ਵੱਜੇ। ਸਭ ਹੈਰਾਨ ਹੋ ਗਏ। ਮਹਾਂਪੁਰਖ ਕਹਿੰਦੇ ਇਹ ਇੰਨਾ ਤਪਸਵੀ ਸੀਗਾ, ਆਖਰੀ ਸਮੇਂ ਦੀ ਸੁੱਤ ਜਿਹੜੀ ਆ ਇਹ ਫਲ 'ਚ ਜਾਣ ਕਰਕੇ ਕੁਤਰੇ ਦੇ ਚੂੰ 'ਚ ਪੈ ਗਿਆ ਸੀ। ਪਰ ਇਹਨੇ ਸਾਰੀ ਜ਼ਿੰਦਗੀ ਬੜੀ ਸਤਸੰਗ ਕੀਤੀ, ਬੜੀ ਭਗਤੀ ਕੀਤੀ। ਇਸ ਕਰਕੇ ਸਾਡੀ ਡਿਊਟੀ ਦਰਗਾਹ 'ਚੋਂ ਲੱਗੀ, ਅਸੀਂ ਇਹਨੂੰ ਨਾਮ ਜਪਾ ਕੇ ਮੁਕਤ ਕਰਕੇ ਸੱਚਖੰਡ ਭੇਜਣ ਰਹੇ ਹਾਂ। ਸੋ ਸਾਧ ਸੰਗਤ ਜੀ, ਇੱਕ ਪੰਡਿਤ ਵੀ ਸੀ, ਉਹਨੇ ਆਪਣੇ ਬੱਚਿਆਂ ਦਾ ਨਾਂ ਰਾਮ ਸੀਤਾ ਰਾਧੇ ਸ਼ਿਆਮ ਰੱਖ ਲਿਆ। ਮਰੂ ਤਾਂ ਇਹਨਾਂ ਨੂੰ ਹਾਕ ਮਾਰੂ, ਜਾਂ ਸਾਰਿਆਂ ਨੂੰ ਸੱਦਿਆ ਅਤੇ ਸੁਰਤ ਫਿਰ ਮਾਇਆ 'ਚ ਗਈ। ਕਹਿੰਦਾ ਚੋਰੀਆਂ ਬੜੀਆਂ ਹੁੰਦੀਆਂ, ਗੱਲਾਂ ਸਾਂਭਿਆ। ਸੋ ਸਵਾਸ ਜਮਾਂ ਨੇ ਉਹਨੂੰ ਖਿੱਚ ਲਿਆ ਅਤੇ ਫਿਰ ਮਾਇਆ 'ਚ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਅੰਤਕਾਲ ਜੋ ਲక్ష్ਮੀ ਸਿਮਰੈ, ਮਾਇਆ 'ਚ ਸੁਰਤ ਗਈ ਅਤੇ ਸੱਪ ਦੀ ਜੂਨ, ਬੱਚਿਆਂ 'ਚ ਸੁਰਤ ਗਈ ਅਤੇ ਸੂਰ ਦੀ ਜੂਨ, ਕੋਠੀ 'ਚ ਸੁਰਤ ਗਈ, ਕਰੋੜਾਂ ਦੀ ਕੋਠੀ ਪਾ ਲਈ ਸਾਰੀ ਜ਼ਿੰਦਗੀ ਮਿਹਨਤ ਕਰਕੇ, ਅਤੇ ਪ੍ਰੇਤ ਜੂਨ ਵੱਲ ਉਤਰਿਆ ਭੂਤ ਦੀ ਜੂਨ।
ਉੱਥੇ ਪ੍ਰੇਤ ਬਣ ਕੇ ਤੁਰਿਆ ਫਿਰੂਗਾ। ਅੰਤਕਾਲ ਜੇ ਇਸਤਰੀ ਦੀ ਪੁਰਸ਼ ਵਿੱਚ, ਪੁਰਸ਼ ਦੀ ਇਸਤਰੀ ਵਿੱਚ ਚਲੇ ਗਈ ਵਿਸ਼ੇ ਭੋਗਣ ਵਿੱਚ, ਸੋ ਵੇਸ਼ਿਆ ਜੂਨ ਵੱਲ ਉਤਰੈ। ਹਾਂ, ਇਸਤਰੀ ਪੁਰਸ਼ ਰਲ ਕੇ, ਜਿਵੇਂ ਲਾਵਾਂ ਦੇ ਪਾਠ 'ਚ ਲਿਖਿਆ, ਦੋਏ ਮਾਇਆ ਵਿੱਚ ਉਦਾਸੀ ਧਾਰਨ ਕਰਨ ਅਤੇ ਪਰਮਾਤਮਾ ਨਾਲ ਜੁੜਨ, ਬਾਣੀ ਪੜ੍ਹਨ, ਸੇਵਾ ਸਿਮਰਨ ਕਰਨ। ਸੋ ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ। ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਹਿੰਦੂਆਂ ਨੇ ਤੁਲਸੀਦਾਸ ਜੀ ਨੇ ਚੁੱਲ੍ਹਾ ਚੌਕਾ ਫੂਕਣ ਜੋਗੀ ਲਿਖਿਆ। ਮੁਸਲਮਾਨਾਂ ਨੇ ਪੈਰ ਦੀ ਜੁੱਤੀ ਆਖਿਆ ਇਸਤਰੀ ਨੂੰ। ਗੁਰੂ ਨਾਨਕ ਸਾਹਿਬ ਨੇ ਕਿਹਾ, ਸੋ ਕਿ ਮੰਦਾ ਆਖੀ ਜਤ ਜੰਮਹਿ ਰਾਜਾਨ, ਰਾਜੇ ਨੂੰ ਜਨਮ ਦੇਣੀ। ਪਰ ਮਹਾਰਾਜ ਨੇ ਕਿਹਾ, ਰਾਜਾ ਉਹ ਨਹੀਂ ਹੈ ਜਿਹੜਾ 5 ਸਾਲ 10 ਸਾਲ ਰਾਜ ਕਰੇ ਤਾਂ ਭੁੱਖਾ ਆ। ਮਹਾਰਾਜ ਕਹਿੰਦੇ, ਰਾਜਾ ਉਹ ਜਿਹੜਾ ਸੰਤੋਖੀ ਆ, ਟੁੱਟੀ ਝੌਂਪੜੀ 'ਚ ਰਹਿੰਦਾ ਹੋਵੇ, ਪਾਟੇ ਕੱਪੜੇ ਪਾਏ ਹੋਣ, ਉਹ ਬਿਨਾਂ ਸੰਤੋਖ ਨਹੀਂ ਕੋ ਰਾਜਾ, ਜੋ ਪਾਉ ਕੀਦਰ ਨਹੀਂ ਤਰਾਪੈ। ਸੋ ਜਿਹਨੂੰ ਸਬਰ ਅਤੇ ਸ਼ੁਕਰ ਹੋਵੇ, ਮਹਾਰਾਜ ਕਹਿੰਦੇ, ਰਾਜਾ ਸਗਲੀ ਸਿਸ਼ਟ ਕਾ, ਸੰਤ ਰਾਜੇ ਨੂੰ ਜਨਮ ਦੇਵੇ, ਭਗਤ ਰਾਜੇ ਨੂੰ ਜਨਮ ਦੇਵੇ। ਸੋ ਇਸ ਕਰਕੇ ਮਹਾਰਾਜ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਭਾਈ ਗੁਰਦਾਸ ਜੀ ਨੇ ਲਿਖਿਆ, ਲੱਕੜੀਆਂ 'ਚ ਸ੍ਰੇਸ਼ਟ ਹੈ ਚੰਦਨ ਦੀ ਲੱਕੜੀ, ਆਸ਼ਰਮਾਂ 'ਚ ਸ੍ਰੇਸ਼ਟ ਹੈ ਗ੍ਰਸਤ ਆਸ਼ਰਮ। ਸੋ ਗੁਰਮਤਿ ਗਾਡੀ ਰਾਹ ਚੱਲਣ ਵਾਲਾ ਜੀਵਨ ਹੋਣਾ ਚਾਹੀਦਾ। ਸੋ ਇਸ ਕਰਕੇ ਕਰਮਾਂ ਦਾ ਸੰਜੋਗ ਧੁਰ ਤੋਂ ਹੀ ਲਿਖਿਆ ਗਿਆ ਹੈ। ਜਿਨ੍ਹਾਂ ਦੇ ਮੱਥੇ ਸਤਸੰਗ ਲਿਖਤੀ, ਜਿਹੜੇ ਗੁਰਮੁਖ ਬਣਦੇ ਆ, ਆਸਤਕ ਬਣ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜਿਹਨਾਂ 'ਤੇ ਮਿਹਰ ਭਰੀ ਉਹਦੀ ਨਿਗਾਹ ਹੁੰਦੀ ਆ, ਉਹ ਨਾਮ ਜਪਦੇ ਆ, ਸਤਸੰਗ ਕਰਦੇ ਆ, ਸੋ ਗੁਰਸਿੱਖੀ ਕਮਾਉਂਦੇ ਆ। ਸੋ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਜਦ ਵੱਡਿਆਂ ਭਾਗਾਂ ਦੇ ਨਾਲ ਮੇਰਾ ਪ੍ਰਭੂ ਮਿਲ ਜਾਵੇ ਤਾਂ ਸਾਰੇ ਵਿਯੋਗ ਦੁੱਖ ਉਤਰ ਜਾਂਦੇ ਹਨ। ਵੱਡੇ ਭਾਗ ਹੋਣ ਮੱਥੇ ਦੇ ਅਤੇ ਫਿਰ ਪਰਮਾਤਮਾ ਦਾ ਮਿਲਾਪ ਹੁੰਦਾ, ਭਾਵ ਬਾਣੀ ਮਿਲ ਜਾਂਦੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਵਾਹ ਵਾਹ ਬਾਣੀ ਨਿਰੰਕਾਰ ਹੈ। ਸੋ ਬਾਣੀ ਦੁਆਰਾ ਅਸੀਂ ਰੱਬ ਤੱਕ ਪਹੁੰਚ ਜਾਂਦੇ ਹਾਂ। ਬਾਣੀ ਹੀ ਰੱਬ ਦਾ ਰੂਪ ਹੈ। ਸੋ ਪ੍ਰਭੂ ਮਿਲ ਜਾਂਦਾ ਹੈ। ਜਿਹਨਾਂ ਨੂੰ ਬਾਣੀ ਮਿਲ ਗਈ, ਸਵਾਸ ਸਵਾਸ ਸਿਮਰਨ ਮਿਲ ਗਿਆ। ਹੁਣ ਨਾਨਕ ਕੋ ਪ੍ਰਭ ਰਾਖ ਲਏ, ਉਹ ਪਹਿਲਾਂ ਸਿੱਖ ਬਣਦਾ ਹੈ, ਸਤਸੰਗ 'ਚ ਆਉਂਦਾ, ਫਿਰ ਮਨ ਨੂੰ ਸਾਧ ਲੈਂਦਾ ਹੈ, ਕਾਮ ਕ੍ਰੋਧ ਹੰਕਾਰ ਈਰਖਾ ਨਿੰਦਾ ਦੁੱਖ ਸੁੱਖ ਮਾਨ ਅਪਮਾਨ ਤੋਂ, 12 ਗੁਣਾਂ ਤੋਂ ਤੇ ਗੁਣ ਧਾਰਨ ਕਰ ਲੈਂਦਾ, ਦਇਆ ਸੰਤੋਖ ਜਤ ਸਤ ਵਿਣਗੁਣ ਕੀਤੇ ਭਗਤ ਨਾਹੀ, ਫਿਰ ਉਹ ਸੰਤ ਬ੍ਰਹਮ ਗਿਆਨੀ ਪਰਮੇਸ਼ਰ ਹੋ ਜਾਂਦਾ। ਸੋ ਐਸੀ ਸਾਧ ਸੰਗਤ ਦੀ ਅਵਸਥਾ ਬਣਦੀ ਆ। ਇਸ ਕਰਕੇ ਸੰਤ ਬਾਬੇ ਭਜਾਓ ਅਤੇ ਕੌਮ ਬਚਾਓ ਨਾ ਲਿਖੋ। ਇਹਨਾਂ ਦੁਸ਼ਟਾਂ ਨਾਸਤਕਾਂ ਨੂੰ ਪਛਾਣੋ। ਢੂੰਡ ਸੰਤ ਸੱਜਣ ਪੱਕਿਆਂ, ਗੁਰਬਾਣੀ ਕਹਿਣ ਡਈ ਆ। ਸਾਧੂ ਸੰਤ ਟੋੜੋ, ਜਿਹੜੇ ਆਪ ਮੁਕਤ ਆ, ਜਿਨ੍ਹਾਂ ਵਿੱਚ ਕਾਮ ਕ੍ਰੋਧ ਹੰਕਾਰ ਨਹੀਂ ਆ, ਜਿਹੜੇ ਖੁਦ ਮੁਕਤ ਆ, ਉਹੀ ਤੁਹਾਨੂੰ ਮੁਕਤ ਕਰਾ ਸਕਦੇ ਆ। ਉਹਨਾਂ ਦੀ ਸੰਗਤ 'ਚ ਬੈਠੋ। ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ ਬੰਦੀ ਮੋਚ। ਜਿਵੇਂ ਚਮੇਲੀ ਦਾ ਫੁੱਲ ਖਿੜਦਾ ਆ, ਉਹ ਸੁਗੰਧ ਦਿੰਦਾ ਆ, ਉਹਦੀ ਸੁਗੰਧ ਪਛਾਣ ਕੇ ਆ ਜਾਈਦਾ ਕੋਲ। ਪੂਰਨ ਮਹਾਂਪੁਰਖਾਂ ਦੀ ਨਿਸ਼ਾਨੀ, ਉਹਨਾਂ ਕੋਲ ਬੈਠਾਂਗੇ, ਸਿਮਰਨ ਚੱਲ ਪੈਂਦਾ ਸਵਾਸ ਸਵਾਸ। ਉਹਨਾਂ ਨੇ ਕਾਮ ਕ੍ਰੋਧ ਹੰਕਾਰ ਮਾਰੇ ਹੁੰਦੇ ਆ, ਉਹਨਾਂ ਕੋਲ ਬੈਠਾਂਗੇ, ਸਾਨੂੰ ਵੀ ਸ਼ਾਂਤੀ ਆਊਗੀ, ਸਾਡੇ ਵੀ ਕਾਮ ਕ੍ਰੋਧ ਹੰਕਾਰ ਮੰਨ ਗਏ। ਸੋ ਆਖਰੀ ਪੰਕਤੀ ਆ, ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ ਬੰਦੀ ਮੋਚ। ਗੁਰੂ ਜੀ ਕਥਨ ਕਰਦਿਆਂ ਜੀ ਬੇਨਤੀ ਕਰੋ, ਹੈ ਮੇਰੇ ਸਾਹਿਬ ਬੰਦੀ ਖਾਨੇ ਤੋਂ ਮੋਚ ਛੁਡਾਉਣ ਵਾਲੇ ਪ੍ਰਭੂ, ਰੱਖਿਅਕ ਆਪ ਮੈਨੂੰ ਰੱਖ ਲੈਣਾ ਕਰੋ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਵਾਲੀ ਵਾਲੇ ਦਿਨ ਕੱਤਕ ਦੇ ਮਹੀਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਉਹਨਾਂ ਨੂੰ ਕੈਦ ਕਰਨ ਦਾ ਬਹਾਨਾ ਬਣਾਇਆ। ਜਿਵੇਂ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ, ਬਾਦਸ਼ਾਹ ਨੂੰ ਇਹ ਕਹਿ ਕੇ ਕਿ ਬਾਦਸ਼ਾਹ ਕਹਿੰਦਾ ਇਹਨਾਂ 'ਤੇ ਸਾਦੇ ਸਿੱਧੇ ਸਾਦੇ ਫਕੀਰ ਲੱਗਦੇ। ਚੰਦੂ ਚੁਗਲੀ ਮਾਰਦੇ ਰਹਿੰਦਾ ਸੀ, ਪ੍ਰਿਥੀਆ ਚੰਦੂ। ਸੋ ਚੰਦੂ ਮਨ ਦਾ ਈਰਖਾਲੂ ਸੀ। ਉਹ ਕਹਿਣ ਲੱਗਾ, ਮੈਨੂੰ ਫਿਰ ਸੇਵਾ ਦਾ ਮੌਕਾ ਦਿਓ, ਤੁਸੀਂ ਚਲੋ ਦਿੱਲੀ ਨੂੰ। ਬਹਾਨਾ ਕਹਿ ਕੇ ਮੈਂ ਸੇਵਾ ਕਰਨੀ ਆ, ਉਹ ਲਿਆ ਕੇ ਧੋਖੇ ਨਾਲ ਫੜ ਲੈਂਦਾ ਹੈ। ਮਹਾਰਾਜ ਤਾਂ ਜਾਣੀ ਜਾਣ ਸੀ, ਮਹਾਰਾਜ ਨੇ ਭਾਣਾ ਵਰਤਾਉਣਾ ਸੀ, ਅਤੇ ਇਹ ਫਿਰ ਤਸੀਹੇ ਦੇਣੇ ਚਾਲੂ ਕਰਦਾ ਹੈ। ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾੜ ਕੇ ਰੇਤਾ ਪਾਉਣਾ, 5 ਦਿਨ ਦੇਗੇ 'ਚੋਂ ਬਾਲਣਾ, ਧੁੱਪੇ ਬਿਠਾਲਣਾ। ਸੋ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤੜਫਾ ਕੇ ਸ਼ਹੀਦ ਕੀਤਾ ਸੀ। ਬਾਅਦ 'ਚ ਚੰਦੂ ਨੂੰ ਪਤਾ ਸੀ ਸਾਰਾ ਕੁਛ ਮੈਂ ਕੀਤਾ। ਹੁਣ ਬਹਾਨਾ ਬਣਾਉਣਾ ਸੀ। ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨੇ ਬਚਪਨ 'ਚ ਕਹਿਤਾ ਸੀ, ਜਿਹਨੇ ਸਾਡੇ ਪਿਤਾ ਦੇ ਸਿਰ 'ਚ ਰੇਤਾ ਪਾਇਆ, ਦਿੱਲੀ ਲਾਹੌਰ ਦੀ ਇੱਟ ਖੜਕਾਵਾਂਗੇ ਅਤੇ ਉਹਨੂੰ ਗਧੇ 'ਤੇ ਬਿਠਾ ਕੇ ਮੂੰਹ ਕਾਲਾ ਕਰਕੇ ਘੁਮਾਵਾਂਗੇ, ਸਜ਼ਾ ਦਿਆਂਗੇ। ਸੋ ਮਾਤਾ ਗੰਗਾ ਜੀ ਨੂੰ ਚੁਗਲੀ ਮਾਰਨ ਵਾਲੇ ਮਾਰੀ ਸੀ। ਹਾਂ, ਮਹਾਰਾਜ ਖੇਲ ਕੇ ਆਏ ਸੀ, ਕਹਿੰਦੇ ਬੱਚਾ ਨਾ ਫੌਜ ਕੋਲ, ਅਤੇ ਹੁਣੇ ਮਹਾਰਾਜ ਦੀ ਸ਼ਹੀਦੀ ਹੋਈ ਆ, ਤੁਸੀਂ ਐਡਾ ਐਲਾਨ ਕਰਤਾ, ਚੰਦੂ ਦੇ ਨੱਕ 'ਚ ਨਕੇਰ ਪਾਵਾਂਗੇ। ਕਹਿੰਦੇ ਕਿਹਾ ਆ, ਜਿਹਨੂੰ ਰੱਬ 'ਤੇ ਭਰੋਸਾ ਆ। ਸੋ ਇਸ ਕਰਕੇ ਸਾਧ ਸੰਗਤ ਜੀ, ਸਮਾਂ ਆਇਆ। ਗੁਰੂ ਹਰਗੋਬਿੰਦ ਸਾਹਿਬ 5 ਪਿਆਲੇ 5 ਪੀਰ, 6ਵਾਂ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਲੀਆਂ ਰੂਪ ਦਿਖਾਉਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ 'ਤੇ ਬੈਠੇ, ਅਤੇ ਉਸ ਵੇਲੇ ਬਹਾਨਾ ਲਾਇਆ ਚੰਦੂ ਨੇ ਜਹਾਂਗੀਰ ਬਾਦਸ਼ਾਹ ਕੋ ਕਿ ਸਾੜ ਸੱਤੀ ਚੜ੍ਹਨ ਵਾਲੀ ਆ, ਤੁਹਾਡੇ 'ਤੇ ਬੜਾ ਕਸ਼ਟ ਆਉਣ ਵਾਲਾ ਆ,
ਅਤੇ ਉਹ ਕੋਈ ਜੋਤਿਸ਼ ਲੈ ਕੇ ਆਇਆ ਆਗਰੇ ਤੋਂ, ਉਹਨੂੰ ਸਿਖਾੜਤਾ। ਉਹ ਬਾਦਸ਼ਾਹ ਨੂੰ ਕਹਿੰਦਾ ਆ ਤੁਹਾਡੇ 'ਤੇ ਸਾੜ ਸੱਤੀ ਚੜ੍ਹਨ ਵਾਲੀ ਆ, ਅਤੇ ਕੋਈ ਜਪ ਤਪ ਕਰੇ ਤਾਂ ਤੁਹਾਡਾ ਸੰਕਟ ਟਲਣਾ। ਉਹ ਕੌਣ ਕਰੇ? ਬਾਦਸ਼ਾਹ ਕਹਿੰਦਾ। ਅਤੇ ਚੰਦੂ ਨੇ ਬਹਾਨਾ ਬਣਾਉਣਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਕਿਤੇ ਮੈਨੂੰ ਸਜ਼ਾ ਨਾ ਦੇਣ। ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਜਪੀ ਤਪੀ ਆ, ਉਹਨਾਂ ਨੂੰ ਕਹੋ। ਉਹਨਾਂ ਨੂੰ ਅੰਮ੍ਰਿਤਸਰ ਤੋਂ ਸੱਦਿਆ। ਮਹਾਰਾਜ ਨੇ ਕਿਹਾ ਸਾੜ ਸੱਤੀ ਤੇਰੇ 'ਤੇ ਚੜ੍ਹੀ ਹੋਵੇ ਜਹਾਂਗੀਰਾ, ਸਾਡੇ 'ਤੇ ਕਿਉਂ ਚੜ੍ਹੇ? ਸਾੜ ਸੱਤੀ ਤਾਂ ਉੱਤੇ ਚੜ੍ਹੀ ਆ, ਉਹਦੀ ਮੌਤ ਉਡੀਕਦੀ ਜਿਹਨੇ ਭੈੜੇ ਕਰਮ ਕੀਤੇ, ਜਿਹਨੇ ਸਾਡੇ ਪਿਤਾ ਦੇ ਸਿਰ 'ਚ ਰੇਤਾ ਪਾਇਆ, ਉਹਦਾ ਸਮਾਂ ਔਖਾ ਆਉਣ ਵਾਲਾ, ਤੇ ਤੇਰੇ 'ਤੇ ਨਹੀਂ। ਇੰਨਾ ਕਹਿ ਕੇ ਮਹਾਰਾਜ ਨੂੰ ਕਹਿੰਦਾ ਗਵਾਲੀਅਰ ਦੇ ਕਿਲ੍ਹੇ ਵਿੱਚ ਜਪ ਤਪ ਕਰੋ। ਇਸ ਬਹਾਨੇ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਗਏ ਅਤੇ ਬਾਹਰੋਂ ਦਰਵਾਜ਼ੇ ਤਾਲੇ ਠੋਕਤੇ। ਮਹਾਰਾਜ ਭੋਰੇ ਸਾਹਿਬ 'ਚ ਬੈਠੇ। ਉੱਥੇ ਅੰਦਰ ਜਿੰਨੇ 52 ਰਾਜੇ ਪਹਾੜੀ ਇਹਨੇ ਜੰਗ ਜਿੱਤ ਕੇ ਅੰਦਰ ਕੈਦ ਕੀਤੇ ਸੀ, ਉਹ ਸਾਰੇ ਮਹਾਰਾਜ ਦੇ ਸਤਸੰਗੀ ਬਣ ਗਏ। ਉਹ ਬਾਦਸ਼ਾਹ ਆਪਣੇ ਕੰਮਾਂ 'ਚ ਰੁੱਝ ਗਿਆ। ਚੰਦੂ ਨੇ ਸੋਚਿਆ ਇਹਨੂੰ ਚੇਤਾ ਨਹੀਂ ਆਉਣਾ। 2 ਸਿੰਘ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਦੀ ਛਾਤੀ 'ਤੇ ਚੜ੍ਹਦੇ। ਉਹਨੂੰ ਸੁਪਨਾ ਨੀਂਦ ਆਉਂਦੀ ਆ, ਨੀਂਦ ਨਹੀਂ ਆਉਂਦੀ, ਅਤੇ ਸੁਪਨੇ ਵਿੱਚ ਉਹ ਡਰਾਉਂਦੇ ਆ ਸਿੰਘ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਜਹਾਂਗੀਰ ਬਾਦਸ਼ਾਹ ਉਹਦਾ ਦਮ ਘੁੱਟਦਾ ਆ। ਮੌਲਵੀ ਸੱਦਿਆ। ਉਹ ਕਹਿੰਦਾ ਤੂੰ ਯਾਦ ਕਰ ਕਿਸੇ ਪੀਰ ਫਕੀਰ ਨੂੰ ਕੈਦ ਤਾਂ ਨਹੀਂ ਕੀਤਾ, ਅਤੇ ਤੂੰ ਭੁੱਲ ਗਿਆ ਆ? ਉਹਨੇ ਕਿਹਾ ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੀਤਾ ਸੀ, ਉਹਨੂੰ ਚੇਤਾ ਆਇਆ। ਕਹਿੰਦਾ ਉਹਨੂੰ ਤੁਰੰਤ ਛੱਡ ਦੇ, ਨਹੀਂ ਤਾਂ ਸਿੰਘਾਂ ਨੇ ਤੇਰਾ ਨੱਕੂ ਬੰਨ੍ਹ ਦੇਣਾ ਆ, ਤੇਰੀ ਮੌਤ ਵੀ ਹੋ ਸਕਦੀ ਆ। ਜਹਾਂਗੀਰ ਨੇ ਫਿਰ ਆਰਡਰ ਭੇਜਿਆ ਕਿ ਜਿਹੜਾ ਬੜੇ ਮਿਹਨਤ ਨਾਲ ਰਾਜੇ ਹੋੜੇ ਆ, ਜਿਹੜਾ ਚੋੜਾ ਫੜ ਕੇ ਨਿਕਲ ਜਾਏ। ਝੂਠਾ ਗੁਰੂ ਹੋਵੇ ਜਿਹੜਾ ਲੀਡਰਾਂ ਦੀਆਂ ਚਪਲੀਆਂ ਝਾੜੇ, ਉਹ ਤਾਂ ਬਥੇਰੇ ਆ, ਪਰ ਸੱਚਾ ਗੁਰੂ ਪੂਰਨ ਗੁਰੂ ਸੀ। 52 ਕਲੀਆਂ ਵਾਲਾ ਚੋੜਾ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਸਭ ਨੂੰ ਇੱਕ ਲੜੀ ਫੜਾ ਦਿੱਤੀ ਚੋੜਾ 52 ਕਲੀਆਂ ਦਾ। 52 ਰਾਜਿਆਂ ਨੇ ਫੜ ਕੇ ਗਵਾਲੀਅਰ ਦੇ ਕਿਲ੍ਹੇ 'ਚ ਨਿਕਲੇ। ਦਾਤਾ ਬੰਦੀ ਛੋੜਨਾ ਪੈ ਗਿਆ। ਮਹਾਰਾਜ ਜਹਾਂਗੀਰ ਕੋ ਆਏ। ਜਹਾਂਗੀਰ ਕਹਿੰਦਾ ਮੇਰਾ ਕਸੂਰ ਕੋਈ ਨਹੀਂ, ਤੁਹਾਡੇ ਪਿਤਾ ਦੇ ਸਿਰ 'ਤੇ ਰੇਤਾ ਪਾਇਆ ਇਸ ਚੰਦੂ ਨੂੰ। ਮਹਾਰਾਜ ਕਹਿੰਦੇ ਚੰਦੂ ਨੂੰ ਤਾਂ ਹਵਾਲੇ ਹੁਣੇ ਹੀ ਕਰਦੇ। ਜਹਾਂਗੀਰਾ ਤੇਰਾ ਵੀ ਹਿਸਾਬ ਕਿਤਾਬ ਅਗਲੇ ਪਾਸੇ ਕਰਾਂਗੇ। ਵਚਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜਿਹਨੇ ਕਹੀ ਆ, ਕੌਮ ਦੇ ਮਹਾਨ ਜਰਨੈਲ ਨੇ। ਸੋ ਚੰਦੂ ਨੂੰ ਹਵਾਲੇ ਕੀਤਾ। ਉਹਨੂੰ ਪਤਾ ਲੱਗਾ ਕਿ ਗੁਰੂ ਘਰ ਨਾਲ ਧਰੋ ਕਮਾ ਕੇ ਕੀ ਨਤੀਜਾ ਮਿਲਦਾ ਆ। ਮਹਾਰਾਜ ਨੇ ਗਧੇ 'ਤੇ ਬਿਠਾਇਆ, ਮੂੰਹ ਕਾਲਾ ਕਰਕੇ ਦਿੱਲੀ ਦੀਆਂ ਗਲੀਆਂ 'ਚ ਫਿਰ ਅੰਮ੍ਰਿਤਸਰ ਲੈ ਗਏ। ਸੰਗਤ ਨੇ ਜੁੱਤੀਆਂ ਦਾ ਹਾਰ ਪਾਇਆ, ਜੁੱਤੀਆਂ ਮਾਰੀਆਂ ਉਹਦੇ ਸਿਰ 'ਚ, ਅਤੇ ਫਿਰ ਉਹਨੂੰ ਉੱਥੇ ਲੈ ਗਏ ਲਾਹੌਰ ਨੂੰ। ਫਿਰ ਉੱਥੇ ਉਹ ਕਵੀ ਸੰਤੋਖ ਸਿੰਘ ਭਾਵੇਂ ਲਿਖਦੇ ਆ ਕਿ ਉਹ ਜਿਹਨੇ ਮਹਾਰਾਜ ਦੇ ਸਿਰ 'ਤੇ ਰੇਤਾ ਪਾਇਆ ਸੀ, ਉਹਦਾ ਪੋਤਰੇ ਨੇ ਦੇਖਿਆ ਗਲੀ 'ਚ ਗਧੇ 'ਤੇ ਬੈਠੇ ਨੂੰ ਆਉਂਦੇ ਨੇ, ਜਾ ਕੇ ਬਾਬੇ ਨੂੰ ਦੱਸਿਆ, ਅਤੇ ਬਾਬੇ ਨੇ ਉਹ ਕੜਛਾ ਲਿਆ ਕੇ ਮਾਰਿਆ। ਪਰ ਨਹੀਂ, ਸੰਤ ਗਿਆਨੀ ਜਰਨੈਲ ਸਿੰਘ ਕਹਿੰਦੇ, ਭਾਈ ਬਿਧੀ ਚੰਦ ਕਹਿੰਦੇ ਸਤਿਗੁਰ ਦਿਆਲੂ ਬੜੇ, ਕਿਤੇ ਛੱਡ ਨਾ ਦੇਣ। ਉਹ ਸ਼ਿਕਾਰੀ ਕੁੱਤੇ ਲੈ। ਮਹਾਰਾਜ ਨੇ ਜਾ ਕੇ ਦਰੱਖਤ ਨਾਲ ਬੰਨ੍ਹਿਆ, ਬੰਨ੍ਹ ਕੇ ਅਤੇ ਜਿਹੜੇ ਸ਼ਿਕਾਰੀ ਕੁੱਤੇ ਸੀ ਉਹਨਾਂ ਤੋਂ ਉਹਨੂੰ ਤੁੜਵਾਇਆ। ਸੋ ਇਸ ਤਰ੍ਹਾਂ ਉਹਦੀ ਮੌਤ ਹੋਈ ਆ। ਬਦਲਾ ਲਿਆ ਸ਼ਾਂਤਮਈ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ। ਸੋ ਇਹ ਸੀ ਦਿਵਾਲੀ ਵਾਲੇ ਦਿਨ ਮਹਾਰਾਜ ਅੰਮ੍ਰਿਤਸਰ ਪਹੁੰਚੇ। ਉਹਨਾਂ ਦੇ ਪਿਆਰ ਵਿੱਚ ਸੰਗਤ ਨੇ ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਦੀਵੇ ਬਾਲੇ, ਆਤਿਸ਼ਬਾਜ਼ੀ ਹੋਈ ਇੱਥੇ, ਇਸ ਤਰ੍ਹਾਂ ਦੱਸਿਆ ਜਾਂਦਾ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਬੰਦੀ ਛੋੜਿਆ। ਆਓ ਅਸੀਂ ਵੀ ਅਰਦਾਸ ਕਰੀਏ ਗਰੀਬ ਨਾਲ, ਜਿਵੇਂ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜੇ ਰਿਹਾ ਕਰਾਏ। ਸਾਨੂੰ ਵੀ ਇਸ ਸਰੀਰ ਰੂਪੀ ਕਿਲ੍ਹੇ ਵਿੱਚ ਅਸੀਂ ਬੈਠੇ ਕਾਮ ਕ੍ਰੋਧ ਹੰਕਾਰ 'ਚ ਗਸੇ ਪਏ ਹਾਂ। ਸਾਨੂੰ ਵੀ ਕਾਮ ਕ੍ਰੋਧ ਹੰਕਾਰ, ਈਰਖਾ, ਨਿੰਦਾ, ਮਾਨ, ਅਪਮਾਨ, ਦੁੱਖ ਸੁੱਖ, ਇਹਨਾਂ ਅਵਗੁਣਾਂ ਤੋਂ ਬਚਾ ਕੇ ਸਾਨੂੰ ਦਇਆ, ਸੰਤੋਖ, ਜਤ, ਸਤ, ਸ਼ੁਭ ਗੁਣ ਬਖਸ਼ੋ। ਆਪ ਜੀ ਦੀ ਭਗਤੀ, ਆਪ ਜੀ ਦੀ ਸਿੱਖੀ, ਸੋ ਆਪ ਜੀ ਨਾਲ ਪਿਆਰ ਪੈ ਜਾਏ ਸਾਡਾ, ਆਪ ਜੀ ਨਾਲ ਸਾਡੀ ਨਿਭ ਜਾਏ। ਮੇਰਾ ਉਸੇ ਨਾਲ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ। ਸਿੱਖੀ ਸਾਬਤ ਸੂਰਤ ਕੇਸਾਂ ਸਵਾਸਾਂ ਨਾਲ ਨਿਭਾ ਲਈਏ। ਸਿਰ ਸਾਬਤ ਸੂਰਤ 5 ਕਕਾਰਾਂ ਦੇ ਧਾਰਨੀ ਬਣੀਏ। ਖੰਡੇ ਬਾਟੇ ਦਾ ਅੰਮ੍ਰਿਤ ਭਗਤੀ ਬਖਸ਼ੋ। ਸਿੱਖੀ ਦੇ 2 ਥੰਮ ਸੇਵਾ ਅਤੇ ਸਿਮਰਨ ਬਖਸ਼ੋ। ਮਹਾਰਾਜ ਸਾਨੂੰ ਅਤੇ ਫਿਰ ਜਨਮ ਮਰਨ ਦੇ ਗੇੜ 'ਚ ਨਾ ਆਈਏ, ਤੁਹਾਨੂੰ ਭਾ ਜਾਈਏ ਸੱਚਖੰਡ 'ਚ ਵਾਸਾਂ ਮਿਲੇ। ਇੰਨੀ ਭਗਤੀ ਬਖਸ਼ੋ। ਇਹ ਚੰਗੇ ਗੁਣ ਮਹਾਰਾਜ ਤੋਂ ਮੰਗੋ, ਅਤੇ ਸਾਧੂ ਸੰਤ ਪੂਰਨ ਸੰਤਾਂ ਦਾ, ਪੂਰਨ ਨਾਮ ਰਸੀਆਂ ਪੁਰਸ਼ਾਂ ਦਾ, ਮਹਾਤਮਾ ਲੋਕਾਂ ਦਾ ਸਾਨੂੰ ਸੰਗਤ ਬਖਸ਼ੋ, ਜਿਹੜੇ ਆਪ ਮੁਕਤ ਸਾਨੂੰ ਮੁਕਤ ਕਰ ਸਕਣ। ਢੂੰਡ ਸੰਤ ਸੱਜਣ ਪੱਕਿਆਂ, ਕਚੜਿਆਂ ਸੋ ਤੋੜ। ਇੰਨੀ ਬਖਸ਼ਿਸ਼ ਕਰੋ।
ਮਹਾਰਾਜ ਸੱਚੇ ਪਾਤਸ਼ਾਹ ਇੰਨੇ ਗੁਣ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮੰਗੀਏ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਸਾਡੇ ਉੱਤੇ ਬਖਸ਼ਿਸ਼ ਹੋਵੇ। ਮਹਾਰਾਜ ਇਸ ਤਰ੍ਹਾਂ ਸਾਨੂੰ ਵੀ ਮੁਕਤ ਕਰਾਵੋ। ਤੁਸੀਂ ਦਾਤਾ ਬੰਦੀ ਛੋੜਿਆ, ਮੁਕਤੀ ਦਾਤਾ ਆ। ਅਤੇ ਤੁਸੀਂ ਦਰਗਾਹ 10ਵੇਂ ਪਾਤਸ਼ਾਹ ਨੇ ਕਿਹਾ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਅੰਮ੍ਰਿਤ ਛਕਣ ਦੀ ਮਹਾਨਤਾ ਦੱਸੀ ਕਿ ਵਕਾਲਤ ਹੋ ਕੇ ਜੇ ਮੇਰਾ ਜੀਵ ਭਾਈ ਦਾਨ ਜੀ ਨੇ ਪੁੱਛਿਆ ਹਾਰਟ ਵਜੋਂ ਲੱਕੜੀ ਕੇਸ ਵਜੋਂ ਕਾਸ, ਕਹਿੰਦੇ ਇੱਥੇ ਕੇਸ ਤਾਂ ਇੱਥੇ ਹੀ ਵੜ ਜਾਣੇ, ਗਾਹ ਨਹੀਂ ਜਾਣੇ। ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ। ਕੇਸਾਂ ਦੀ ਪਛਾਣ ਕਰਕੇ ਧੂ ਕੇ ਨਰਕਾਂ ਦੀ ਨਦੀ 'ਚ ਜਿਹੜੇ ਸਿੱਖ ਪੈ ਗਏ ਸੀ ਉਹਨਾਂ ਨੂੰ ਧੂ ਕੇ ਉਸ ਨਰਕ ਦੀ ਨਦੀ 'ਚੋਂ ਕੱਢਦੇ ਆ ਮਹਾਰਾਜ ਦੇ 2 ਹੱਥ ਜਾ ਕੇ। ਉਸੇ ਵੇਲੇ ਕਹਿੰਦਾ ਹੁਣੇ ਅੰਮ੍ਰਿਤ ਛਕਾਓ। ਫਿਰ ਪੱਥਰਾਂ ਦੀ ਜੂੰਝ ਸਿੱਖ ਹੋਏ ਸਿਰ ਟੋਪੀ ਧਰੈ, 7 ਜਨਮ ਕੁਸ਼ਟੀ ਹਮਰੈ। ਸਿੱਖ ਕਹਾਵੇ ਸਿਰ ਮੂੰਹ ਮੁੰਨੇ, ਬੀਬੀਆਂ ਆਈਬਰੋ ਬਣਾਉਣ, ਸਰੀਰ ਦੇ ਰੋਮਾਂ ਦੀ ਬੇਅਦਬੀ ਕਰਨ। ਅਤੇ ਫਿਰ ਮਹਾਰਾਜ ਕਹਿੰਦੇ ਉਹਨਾਂ ਨੂੰ ਬੇਮੁਖ ਰਾਮ 'ਤੇ ਲੱਗਣ ਜਨਮ ਵਿਜੋਗ। 84 ਲੱਖ ਜੂਨਾਂ 'ਚ ਗਧੇ ਖੋਤੇ ਕਾਂ ਬਣ ਕੇ ਤੁਰੇ ਫਿਰਨਗੇ। ਇੱਕ ਮੌਤ ਤੋਂ ਡਰਦਾ ਬੰਦਾ ਇੰਨੇ ਡਾਕਟਰਾਂ ਕੋਲ ਜਾਂਦਾ। 84 ਲੱਖ ਮੌਤ ਮੋਹਰੇ ਖੜੀ ਆ। ਇੱਕ ਬਿੱਛੂ ਲੜ ਜਾਏ, 100 ਬਿੱਛੂ ਲੜ ਜਾਏ ਅਤੇ ਸਰੀਰ 'ਚੋਂ ਜਦੋਂ ਰੂਹ ਨਿਕਲਦੀ ਇੰਨੀ ਤਕਲੀਫ ਹੁੰਦੀ ਹੈ। ਮਹਾਂਪੁਰਖ ਕਹਿੰਦੇ ਸੀ। ਸੋ ਸਾਧ ਸੰਗਤ ਜੀ, ਜਿਨ੍ਹਾਂ ਨੂੰ ਡਰ ਆ ਰੱਬ ਦਾ ਉਹ ਉਸੇ ਵੇਲੇ ਅੰਮ੍ਰਿਤ ਛਕਦੇ ਆ, ਗੁਰੂ ਵਾਲੇ ਬਣ ਕੇ ਗੁਰਬਾਣੀ ਅਤੇ ਰਹਿਤ ਮਰਿਆਦਾ ਮੁਤਾਬਕ ਜੀਵਨ ਬਤੀਤ ਕਰਦੇ ਆ, ਅੰਮ੍ਰਿਤ ਛਕਦੇ ਆ, ਸੇਵਾ ਸਿਮਰਨ ਕਰਦੇ ਆ, ਉਹਨਾਂ ਦਾ ਜੀਵਨ ਸਫਲ ਆ। ਸੋ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਸਾਨੂੰ ਪਿਆਰੀ ਪਿਆਰੀ ਭਗਤੀ ਦਾਤ, ਸਿੱਖੀ ਦਾਤ, ਨਾਮ ਦੀ ਦਾਤ ਬਖਸ਼ੋ। ਸਾਧੂਆਂ ਸੰਤਾਂ ਦਾ ਮੇਲ ਬਖਸ਼ੋ। ਸਾਨੂੰ ਨਾਸਤਿਕਤਾ ਨਾ ਬਖਸ਼ੋ। ਮਨਮੁਖ ਨਾ ਸਾਨੂੰ ਬਣਾਓ, ਗੁਰਮੁਖ ਬਣਾਓ। ਇਹੋ ਜਿਹੇ ਮਨਮੁਖਾਂ ਦੀ ਸੰਗਤ ਤੋਂ, ਜਿਹੜੇ ਸੰਤ ਬਾਬਿਆਂ ਤੋਂ ਨਫ਼ਰਤ ਕਰਦੇ ਆ, ਉਹਨਾਂ ਤੋਂ ਸਾਨੂੰ ਦੂਰ ਰੱਖੋ। ਸੋ ਸਾਧੂਆਂ ਸੰਤਾਂ ਦਾ ਸਤਿਕਾਰ ਮਹਾਰਾਜ ਕਰਦੇ ਆਏ। ਸੋ ਇਸ ਤਰ੍ਹਾਂ ਮਹਾਰਾਜ ਨੂੰ ਕਹੀਏ। ਸੋ ਮੇਰੇ ਸਾਹਿਬ ਬੰਦੀਖਾਨੇ ਮੋਹ ਛੁਡਾਉਣ ਵਾਲੇ ਰੱਖਿਅਕ ਆਪ ਮੈਨੂੰ ਰੱਖ ਲੈਣਾ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵਕਾਲਤ ਕਰਾਂਗੇ ਧਰਮਰਾਜ। ਅਗਲੇ ਪਾਸੇ ਜਦੋਂ ਮੁਜਰਿਮ ਫਸਦਾ ਆ ਤਾਂ ਵਕੀਲ ਦੀ ਲੋੜ ਪੈਂਦੀ। 10ਵੇਂ ਪਾਤਸ਼ਾਹ ਸਾਡੇ ਵਕੀਲ ਹੋਣਗੇ, ਗੁਰੂ ਸਾਡਾ ਵਕੀਲ ਆ। ਸੋ ਸਾਨੂੰ ਬਚਾ ਲਓ ਮਹਾਰਾਜ ਇਸ ਬੰਦੀਖਾਨੇ ਤੋਂ। ਸਾਡਾ ਮਨੁੱਖਾ ਜਨਮ ਸਫਲ ਕਰੋ। ਲੋਭ ਲਹਿਰਤ ਨੀਚਰ ਵਾਜੈ, ਕਾਇਆ ਡੁੱਬੈ ਕੇਸਵਾ ਸੰਸਾਰ ਸਮੁੰਦੇ, ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਸੋ ਆਖਰੀ ਪੰਕਤੀ ਪੜ੍ਹੀਏ। ਕੱਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਕੱਤਕ ਦੁਆਰਾ ਕਥਨ ਕਰਦੇ ਹਨ ਜਦ ਪੂਰਨ ਸੰਤਾਂ ਦਾ ਸਤਸੰਗ ਪ੍ਰਾਪਤ ਹੋਵੇ ਤਾਂ ਸਾਰੇ ਸੋਚ ਫਿਕਰ ਨਾਸ ਹੋ ਜਾਂਦੇ ਹਨ। ਕਰ ਕਿਰਪਾ ਪ੍ਰਾਪਤ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ। ਸੋ ਇਸ ਕਰਕੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ। ਧਨ ਸੇ ਸਹੀ ਨਾਨਕਾ ਪੂਰਨ ਸਹੀ ਸੰਤ, ਜਿਹੜੇ ਦਿਨ ਰਾਤ 8 ਪਹਿਰ ਪਰਮਾਤਮਾ ਦਾ ਜਸ ਗਾਉਂਦੇ ਆ। ਮਹਾਰਾਜ ਕਹਿੰਦੇ ਉਹਨਾਂ ਨੂੰ ਸੰਤ ਕਿਹਾ ਜਾਂਦਾ। ਇਹ ਨਾਸਤਕ ਲੋਕ ਇਹਨਾਂ ਨੂੰ ਵਿਹਲੜ ਆਖਦੇ ਆ। ਉਹ ਵਿਹਲੜ ਨਹੀਂ, ਉਹ ਸੰਤ ਆ। ਸੁਖਮਨੀ ਸਾਹਿਬ ਵਿੱਚ ਮਹਾਰਾਜ ਲਿਖੇ ਬਾਰੰਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮੰਤਰ ਪੀਐ, ਕਰਹਿ ਭਗਤ ਆਤਮ ਕੈ ਚਾਹੇ, ਪ੍ਰਭ ਆਪਣੇ ਸਿਰ ਰਹਿ ਸਮਾਏ, ਜੋ ਹੋਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਨੈ। 8 ਪਹਿਰ ਪਰ ਬਸੈ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਮਹਾਰਾਜ ਕਹਿੰਦੇ ਮਨ ਮੇਰੇ ਤਿਨ ਕੀ ਓਟ ਲੇਹੇ, ਮੰਤਰ ਆਪਣਾ ਤਿਨ ਜਾਂਦੇ ਹੈ। ਜਿਨ ਜਨਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ। ਤਿਸ ਕੀ ਸਨ ਸਰਬ ਸੁਖ ਪਾਵੇ, ਤਿਸ ਕੇ ਦਰ ਸਭ ਪਾਪ ਬਿਟਾਇਆ। ਔਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਣਾ ਹੋਵੀ ਤੇਰਾ ਨਾਨਕ, ਤਿਸ ਜਨ ਕੇ ਪੂਜਾ ਸਤ ਫੇਰਾ। ਮਹਾਰਾਜ ਕਹਿੰਦੇ ਜਿਹੜੇ 8 ਪਹਿਰ 'ਤੇ ਆਉਂਦੇ ਉਹ ਸੰਤ ਹੁੰਦੇ। ਉਹਨਾਂ ਦੇ ਚਰਨ ਫੜ ਲਾ, ਉਹਨਾਂ ਦੀ ਸੇਵਾ 'ਚ ਜੁੜ ਜਾ। 4 ਪਦਾਰਥ ਜੇ ਕੋਈ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਢੂੰਡ ਸੰਤ ਸੱਜਣ ਪੱਕਿਆਂ, ਮਨਮੁੱਖਾਂ ਦਾ ਸਾਥ ਛੱਡ ਦੇ। ਜਿੱਥੇ ਕੋਈ ਪੂਰਨ ਸੰਤ ਮਿਲ ਜਾਏ, ਨਾਮ ਰਸੀਆ ਮਹਾਤਮਾ ਮਿਲ ਜਾਏ, ਜਿਹਦੇ ਕਾਮ ਕ੍ਰੋਧ ਹੰਕਾਰ ਮਾਰੇ ਹੋਣ, ਈਰਖਾ ਨਿੰਦਾ ਦੁੱਖ ਸੁੱਖ ਮਾਰੇ ਹੋਣ, ਉਹਦੀ ਸੰਗਤ ਕਰ ਭਾਈ, ਜਿਹੜੇ ਕੋ ਦਇਆ ਸੰਤੋਖ ਜਤ ਸਤ ਹੋਵੇ। ਸੋ ਐਸੇ ਪੂਰਨ ਮਹਾਤਮਾ ਦੀ ਸੰਗਤ ਕਰ। ਢੂੰਡ ਸੰਤ ਸੱਜਣ ਪੱਕਿਆਂ। ਮਹਾਰਾਜ ਕਹਿੰਦੇ ਕੱਤਕ ਹੋਵੇ ਸਾਧ ਸੰਗ, ਸਾਧੂਆਂ ਦੀ ਸੰਗਤ ਹੋਵੇ ਕੱਤਕ ਦੇ ਮਹੀਨੇ ਤਾਂ ਸਾਰੇ ਫਿਕਰ ਮੁੱਕ ਜਾਂਦੇ। ਬਿਨ ਸਹਿ ਸਭੇ ਸੋਚ। ਫਿਰ ਜੰਮਪੁਰੀ ਨੂੰ ਨਹੀਂ ਜਾਂਦਾ, ਫਿਰ ਇਹਦਾ ਅਗਲਾ ਪਾਸਾ ਸੁਧਰ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਸੋ ਇਸ ਕਰਕੇ ਮੇਰੇ 'ਤੇ ਕਿਰਪਾ ਕਰੋ। ਮੈਨੂੰ ਸਾਧੂਆਂ, ਪੂਰਨ ਮਹਾਂਪੁਰਖਾਂ, ਮਹਾਤਮਾ ਸੰਤਾਂ ਦਾ ਸੰਗ ਬਖਸ਼ੋ ਸੱਚੇ ਪਾਤਸ਼ਾਹ। ਅਤੇ ਨਾਸਤਕਾਂ ਦਾ, ਜਿਹੜੇ ਸੰਤਾਂ ਦਾ ਵਿਰੋਧ ਕਰਦੇ, ਸਾਧੂਆਂ ਦਾ ਵਿਰੋਧ ਕਰਦੇ, ਇਹੋ ਜਿਹੇ ਮਨਮੁਖ ਜਿਹੜੇ ਪੰਥ ਦੇ ਅੰਦਰ ਆ ਕੇ ਵੜ ਗਏ ਆ ਸਿੱਖੀ ਦਾ ਬਾਣਾ ਪਾ ਕੇ, ਅਤੇ ਉਹ ਸਾਧੂਆਂ ਸੰਤਾਂ ਨੂੰ ਭਜਾਉਂਦੇ। ਤਾਂ ਸੰਤ ਸ਼ਬਦ ਬਾਣੀ 'ਚੋਂ ਭਜਾਉਣਾ, ਨਾ ਬਾਬਾ ਸ਼ਬਦ ਭਜਾਇਆ ਜਾਂਦਾ। ਕੁੰਜੀ ਸੰਤ ਨੂੰ ਸੌਂਪੀ, ਕਬੀਰ ਸੇਵਾ ਕੋ ਦੋਇ ਪੜੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸਾਧੂ ਸੰਤਾਂ ਦਾ ਨਾਮ ਜਪਾਉਣਾ, ਪ੍ਰਚਾਰ ਕਰਨ ਦਾ ਸੇਵਾ ਸਾਧੂ ਸੰਤਾਂ ਦੀ ਲੱਗੀ। ਇੱਥੇ ਰੋਟੀਆਂ ਕਾਰਨ ਪੂਰੇ ਤਾਰ ਕੋਈ ਗਾਵੇ, ਰਾਗੀ ਨਾਦੀ ਬੇਦੀ ਵਫਾਤ ਕਰ ਨਹੀਂ ਹਰ ਪੀਜਾ ਰਾਮ ਰਾਜੇ। ਚੰਗੇ ਸੰਗੀਤ ਸਿੱਖ ਲੈਂਦਾ, ਚੰਗੀ ਕਥਾ ਸਿੱਖ ਲੈਂਦਾ, ਅਤੇ ਜਾ ਕੇ ਮਾਇਆ ਦੇ ਕਮਾਉਣ ਪਿੱਛੇ ਪ੍ਰਚਾਰਕ ਬਣ ਜਾਂਦਾ। ਮਹਾਰਾਜ ਕਹਿੰਦੇ ਉਹ ਨਹੀਂ। ਪੂਰਨ ਸੰਤ ਜਿਹੜੇ ਦਿਨ ਰਾਤ ਬੰਦਗੀ ਕਰਦੇ, ਤਪੱਸਿਆ ਕਰਦੇ, ਉਹ ਹੀ ਸਿੱਖੀ ਦਾ ਪ੍ਰਚਾਰ ਕਰ ਸਕਦੇ। ਉਹ ਹੀ ਸ਼੍ਰੋਮਣੀ ਖਾਲਸਾ ਹੈ, ਜਿਨ੍ਹਾਂ ਦੀ ਆਤਮਾ ਵੀ ਸ਼ੁੱਧ ਹੈ, ਜਿਨ੍ਹਾਂ ਦਾ ਸਰੀਰ ਵੀ ਬੰਦਗੀ 'ਚ ਲੱਗਾ ਹੈ। ਸੋ ਜਿਹੜੇ ਸਾਧੂ ਪੂਰਨ ਮਹਾਂਪੁਰਖ ਬਾਬਾ ਬੁੱਢਾ ਜੀ ਵਰਗੇ ਹੁੰਦੇ ਆ, ਉਹਨਾਂ ਦੇ ਚਰਨਾਂ ਨੂੰ
ਡੰਡੌਤ ਆ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਕਹਿ ਗਏ ਸੀ, ਜਦ ਬਾਬਾ ਬੁੱਢਾ ਜੀ ਦੀ ਸਵਾਰੀ ਆਵੇ ਤਾਂ ਡੰਡੌਤ ਕਰਨੀ। ਸੋ ਬਹੁਤ ਸਤਿਕਾਰ ਕਰਦੇ ਸੀ ਮਹਾਰਾਜ ਸਾਧੂਆਂ ਸੰਤਾਂ ਦਾ। ਸੋ ਆਓ ਅਰਦਾਸ ਕਰੀਏ, ਸਾਨੂੰ ਪੂਰਨ ਸਾਧੂ ਸੰਤਾਂ ਦਾ ਮਹਾਤਮਾ ਦਾ ਮੇਲ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਪਿਆਰੀ ਸਿੱਖੀ ਸੇਵਾ ਸਿਮਰਨ ਸਤਸੰਗ ਸਾਰੇ ਚੰਗੇ ਗੁਣ ਬਖਸ਼ੋ। ਆਪ ਜੀ ਦੀ ਰਹਿਤ ਮੁਤਾਬਕ ਬਾਣੀ ਮੁਤਾਬਕ ਜੀਵਨ ਢਾਲ ਸਕੀਏ, ਤਾਂ ਕਿ ਅਸੀਂ ਇਸ ਬੰਦੀ ਖਾਨੇ ਤੋਂ ਮੁਕਤ ਹੋ ਸਕੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਕਰੋ। ਸੋ ਦਾਸ ਦਾ ਖਾਨਦਾਨ ਭਾਈ ਰੂਪਾ ਜੀ ਦੇ ਖਾਨਦਾਨ ਵਿੱਚੋਂ ਭਾਈ ਰੂਪਾ ਜੀ ਭਾਈ ਦੀ ਡਰੋਲੀ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਸੀ। ਉੱਥੋਂ 30 ਕਿਲੋਮੀਟਰ ਗਰਮੀ ਦੇ ਦਿਨ ਸੀ, ਠੰਡਾ ਪਾਣੀ ਕੱਢਿਆ, ਮੱਛਕ 'ਚ ਪਾ ਕੇ ਲਟਕਾਇਆ, ਹਵਾ ਨਾਲ ਠੰਡਾ ਹੋ ਗਿਆ। ਕਹਿੰਦੇ ਮੇਰਾ ਗੁਰੂ ਛਕੇ। ਆਪ ਮੂੰਹ ਸੁੱਕਦਾ ਸੀ, ਦੋਵੇਂ ਪੇ ਪੁੱਤ ਲੰਮੇ ਪੈ ਗਏ। ਗੁਰੂ ਹਰਗੋਬਿੰਦ ਸਾਹਿਬ ਪਿਆਰ 'ਚ ਡੁੱਬੇ, ਘੋੜੇ 'ਤੇ ਚੜ੍ਹ ਕੇ ਆ ਗਏ ਅਤੇ ਆ ਕੇ ਕਹਿੰਦੇ ਸਾਡਾ ਜਲ ਛਕਾਓ। ਠੰਡਾ ਜਲ ਪੀ ਕੇ ਸੀਸਾਂ ਦਿੱਤੀਆਂ ਭਾਈ ਰੂਪੇ ਨੂੰ, ਤੁਹਾਡੇ 28 ਪਿੰਡ ਹੋਣਗੇ, ਤੁਸੀਂ ਭਾਈ ਕੇ ਕਹਿਲਾਓਗੇ, ਇਹਨਾਂ ਵਿੱਚ ਸਾਡਾ ਦਾਸ ਦਾ ਪਿੰਡ ਪਿੰਡ ਹੋ ਜਾਂਦਾ ਆ। ਸੋ ਇਹ ਬਾਬਾ ਜਵਾਲਾ ਸਿੰਘ ਮਹਾਂਪੁਰਖ ਅਤੇ ਹੋਰ ਬੜੇ ਮਹਾਂਪੁਰਖ ਸੂਰਬੀਰ ਯੋਧੇ ਗੁਰੂ ਹਰਗੋਬਿੰਦ ਸਾਹਿਬ ਦੀ ਜੰਗ ਵਿੱਚ ਵੀ ਭਾਈਆਂ ਨੇ ਬੜਾ ਸਾਥ ਦਿੱਤਾ। ਸੋ ਇਹ ਸਾਡਾ ਖਾਨਦਾਨ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਦਾਸ ਦੇ ਖਾਨਦਾਨ ਅਤੇ ਭਾਈ ਰੂਪੇ ਵਿੱਚੋਂ ਨਿਕਲੇ, ਅਤੇ ਜਿੰਨੀ ਵੀ ਸਾਡੇ ਅੰਦਰ ਸਿੱਖੀ ਦਾ ਪਿਆਰ ਆ, ਭਾਈ ਰੂਪੇ ਦੀ ਕਮਾਈ ਆ, ਸੋ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਆ। ਸੋ ਇਸ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਨੂੰ ਬੰਦੀ ਖਾਨੇ ਤੋਂ ਰਿਹਾ ਕਰਾਓ, ਸਾਨੂੰ ਮੁਕਤੀ ਬਖਸ਼ੋ। ਸਾਧੂਆਂ ਸੰਤਾਂ ਦਾ ਮੇਲ, ਮਹਾਤਮਾਵਾਂ ਦਾ ਮੇਲ, ਨਾਮ ਰਸੀਆਂ ਦਾ ਮੇਲ ਬਖਸ਼ੋ। ਪਿਆਰੀ ਸਿੱਖੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ੋ, ਸੇਵਾ ਸਿਮਰਨ ਬਖਸ਼ੋ। ਇਤਨੇ ਕੁ ਵਚਨ ਕਰਦਿਆਂ ਆਖਰੀ ਪੰਕਤੀ 2 ਵੜ ਕਰਕੇ ਫਤਿਹ ਦੀ ਸਾਂਝ ਪਾਈਏ। ਨਾਨਕ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।